मैं तो एक गल कहना, जे 12 जून ना हुंदा 6 जून नहीं सी होना ਇਹ। ਅੱਛਾ, ਪਰ ਸਭ ਤੋਂ ਹੈਰਾਨੀ ਹੈ, ਦਿੱਲੀ ਦੇ ਇੱਕ ਸਿੱਖ ਲੀਡਰ ਨੂੰ ਪੁੱਛਿਆ ਕਿ ਆ 12 ਜੂਨ ਆ ਰਿਹਾ, ਤੁਸੀਂ ਕੀ ਕਰ ਰਹੇ ਹੋ? ਕਹਿੰਦੇ ਜੀ ਉਸ ਦਿਨ ਕੀ ਹੋਇਆ ਸੀਗਾ। 1000 ਕਰੋੜ ਦਾ ਮੁਕੱਦਮਾ ਕੀਤਾ ਜਾਂਦਾ ਹੈ ਹਰਜਾਨੇ ਦਾ ਦਰਬਾਰ ਸਾਹਿਬ ਦੇ। ਅੱਛਾ, ਉਹ ਜਿਹੜਾ ਖਰਜਾਨੇ ਦਾ ਕੀਮਤ ਪੈਸੇ ਦੀ ਨਹੀਂ ਹੈ, ਪੈਸੇ ਦੀ ਕੋਈ ਕੀਮਤ ਨਹੀਂ ਹੈ, ਪਰ ਉਹ ਮੁਕੱਦਮਾ ਇਸ ਲਈ ਬਹੁਤ ਅਹਿਮ ਹੈ, ਬਹੁਤ ਇੰਪੋਰਟੈਂਟ ਹੈਗਾ ਕਿ ਉਹਦੇ ਵਿੱਚ ਸਾਰੇ ਹਾਲਾਤ ਲਿਖੇ ਟੋੜਾ ਸਾਹਿਬ ਨੇ, ਹਲਫੀਆ ਬਿਆਨ ਦਿੱਤੇ ਹੈ ਕਿ ਕਿਉਂ ਇੰਦਰਾ ਗਾਂਧੀ ਨੇ ਹਮਲਾ ਕੀਤਾ। ਮੁਰਾਰਜੀ ਦੇਸਾਈ ਬਾਰੇ ਕਿਹਾ ਜਾਂਦਾ ਹੈ, ਹਰ ਕੋਈ ਕਹਿੰਦਾ ਹੈ ਕਿ ਇਹ ਜਦੋਂ ਆਉਂਦੇ ਹੈ ਤੇ ਦਰਸ਼ਨੀ ਡਿਓੜੀ ਦੇ ਕਿਵਾੜ ਬਾਰੇ ਕਹਿੰਦੇ ਹੈ ਕਿ ਇਹ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਹੈ, ਤੁਹਾਨੂੰ ਵਾਪਸ ਦੇ ਦੇਣੇ ਚਾਹੀਦੇ ਆ। ਉਸ ਵੇਲੇ ਕਹਿੰਦੇ ਆ ਟੋੜਾ ਸਾਹਿਬ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਲਿਆਂਦੇ ਤੁਸੀਂ ਲੈ ਜਾਓ, ਮਹਾਰਾਜਾ ਰਣਜੀਤ ਸਿੰਘ ਲੈ ਕੇ ਆਇਆ, ਤੁਸੀਂ ਲੈ ਜਾਓ। 2 ਨਿਸ਼ਾਨ ਸਾਹਿਬ ਦੇ ਵਿਚਕਾਰ ਉਹ ਗੋਲੀਆਂ ਦੇ ਨਿਸ਼ਾਨ ਲੱਗੇ ਹੈ ਜਿਹੜੇ ਅਕਾਲੀ ਸਰਕਾਰ ਵੇਲੇ ਮਾਰੀਆਂ ਗਈਆਂ, ਉਹ ਵੀ ਹੈਗੀਆਂ। ਔਰ ਫਿਰ ਸਭ ਤੋਂ ਵੱਡੀ ਗੱਲ, ਜਦੋਂ ਬਰਨਾਲਾ ਸਾਹਿਬ ਨੂੰ ਬੁਲਾ ਕੇ ਖੰਬੇ ਨਾਲ ਬੰਨ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ, ਤੁਸੀਂ ਰੰਧਾਵਾ ਸਾਹਿਬ ਉਹ ਜ਼ਰਾ ਹੁਕਮਨਾਮਾ ਪੜ੍ਹੋ, ਉਹਦੇ 'ਚ ਇਹ ਨਹੀਂ ਲਿਖਿਆ ਕਿ ਤੁਸੀਂ ਹਰਮੰਦਰ ਸਾਹਿਬ ਵਿੱਚ ਪੁਲਿਸ ਭੇਜੀ ਹੈ, ਉਹਦੇ 'ਚ ਲਿਖਿਆ ਕਿ ਤੁਸੀਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਇਸਤੀਫਾ ਕਿਉਂ ਨਹੀਂ ਦਿੱਤਾ। ਅਸੀਂ ਇੱਕ ਵਾਰ ਫਿਰ ਅੱਜ ਉਦਾਸ ਦਿਨ ਦੀਆਂ ਬਰੂਹਾਂ ਤੇ ਆ, ਪਰ ਅਜੇ ਅਸੀਂ ਨਿਰਣਾਇਕ ਦੌਰ 'ਚ ਦਾਖਲ ਹੋਣਾ ਹੈ। 6 ਜੂਨ ਹਰ ਸਾਲ ਜਜ਼ਬਾਤ ਦੇ ਹੜ੍ਹ ਨਾਲ ਆਉਂਦਾ ਹੈ ਤੇ ਬੜਾ ਕੁਝ ਨਾਲ ਲੈ ਜਾਂਦਾ ਹੈ। ਸਵਾਲ ਇਹ ਆ ਕਿ ਸਾਡਾ ਇਸ ਅਸਥਾਨ ਨਾਲ, ਸ਼੍ਰੀ ਦਰਬਾਰ ਸਾਹਿਬ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਾਲ ਰਿਸ਼ਤਾ ਕੀ ਹੈ? ਇਹਦੇ ਤੇ ਅਜੇ ਗੱਲ ਹੋਣੀ ਬਾਕੀ ਹੈ। ਅਜੇ ਗੁਰੂ ਨਾਨਕ ਸਾਹਿਬ ਦੇ ਵਿਚਾਰ ਤੋਂ ਪਛਾਣ ਤੱਕ ਦੇ ਸਫ਼ਰ ਬਾਰੇ ਅਜੇ ਗੱਲ ਕਰਨੀ ਹੈ, ਨਿਰਪੱਖ ਤੇ ਮੁਲਾਂਕਣ 'ਚ ਲਿਆਉਣਾ ਉਹਨੂੰ। ਅਜੇ ਅਸੀਂ ਪਛਾਣ ਤੇ ਖੜੇ ਆ, ਵਿਚਾਰ ਤੱਕ ਪਹੁੰਚੇ ਹੀ ਨਹੀਂ। ਸਵਾਲ ਇਹ ਆ, ਜਦੋਂ ਗੁਰਚਰਨਜੀਤ ਸਿੰਘ ਲਾਂਬਾ ਮੇਰੇ ਨਾਲ ਨੇ ਜਿਹੜੇ ਕਿ ਜਾਣਕਾਰ ਨੇ ਇਤਿਹਾਸ ਦੇ, ਤੇ ਮੈਨੂੰ ਉਹ ਘਟਨਾਵਾਂ ਜਿਹੜੀਆਂ ਇਤਿਹਾਸ ਦੇ ਖੂੰਜਿਆਂ 'ਚ ਪਈਆਂ ਉਹਨਾਂ ਨੂੰ ਦੇਖਣਾ ਚੰਗਾ ਲੱਗੂਗਾ, ਤੁਹਾਡੇ ਲਈ ਵੀ ਉਹ ਬਹੁਤ ਬਿਹਤਰ ਹੋਊਗਾ। ਜਦੋਂ ਵਾਇਸਰਾਏ ਜਿਹੜਾ ਉਹ ਮਨਾ ਕਰ ਦਿੰਦਾ ਕਿ ਦਰਬਾਰ ਸਾਹਿਬ 'ਚ ਮੈਂ ਨਹੀਂ ਜਾ ਸਕਦਾ, ਮੈਂ ਨਹੀਂ ਜਾ ਸਕਦਾ ਸਿੱਖਾਂ ਦੇ ਲੀਡਰ ਨੂੰ ਗ੍ਰਿਫਤਾਰ ਕਰਨ, ਉਹਦੇ ਕੋਲ ਪਲਾਨ ਬੀ ਸੀ, ਸਾਡੇ ਦੁਸ਼ਮਣ ਕੋਲ ਪਲਾਨ ਬੀ ਨਹੀਂ ਸੀ। ਇਹ ਕਿਵੇਂ ਸੋਚਿਆ ਜਾ ਸਕਦਾ ਹੈ? ਪਰ ਸਾਡੇ ਆਪਣਿਆਂ ਕੋਲ ਕਿਹੜਾ ਪਲਾਨ ਸੀ, ਅਜੇ ਉਹਦੇ ਤੇ ਗੱਲ ਹੋਣੀ ਆ। ਅਜੇ ਅਸੀਂ ਨਿਰਪੱਖ ਨਹੀਂ, ਔਰ ਮੈਂ ਤਾਂ ਕਈ ਵਾਰੀ ਆਪਣੇ ਆਪ ਨੂੰ ਸ਼ੀਸ਼ੇ ਮੂਹਰੇ ਸ਼ਰਮਿੰਦਾ ਮਹਿਸੂਸ ਕਰਦਾ ਹੈ ਕਿ ਅਸੀਂ ਵਪਾਰੀ ਹਾਂ, ਸ਼ਬਦਾਂ ਦੇ, ਜਜ਼ਬਾਤਾਂ ਦੇ ਮੁੱਲ ਵੱਟਦੇ ਪਏ ਹਾਂ, ਔਰ ਹਰ ਇਸ ਦਿਨ ਮੁੱਲ ਵੱਟਦੇ ਹਾਂ। ਮਾਫੀ ਮੰਗਦਾ ਹੈ, ਅਫਸੋਸ ਜ਼ਾਹਰ ਕਰਦਾ ਹੈ ਕਿ ਅਸੀਂ ਅੱਜ ਲਗਭਗ 4 ਦਹਾਕੇ ਕੰਪਲੀਟ ਹੋਣ ਨੂੰ ਨੇ, ਲੇਕਿਨ ਕਦੇ ਇਤਿਹਾਸਕ ਔਰ ਖਾਸ ਤੌਰ ਤੇ ਰਾਜਨੀਤਿਕ ਪਹਿਲੂਆਂ ਨੂੰ ਆਪਣੇ ਨਜ਼ਰੀਓਂ ਮੁਲਾਂਕਣ 'ਚ ਨਹੀਂ ਲਿਆਂਦਾ। ਉਹ ਗਲਤ ਸੀਗੇ, ਉਹਨਾਂ ਗਲਤ ਹੋਣਾ ਸੀ, ਅਸੀਂ ਠੀਕ ਸੀਗੇ, ਇਹਦੀ ਕੋਈ ਗਵਾਹੀ ਨਹੀਂ ਭਰਦਾ। ਲੇਕਿਨ ਇਸ ਛੱਡ ਦਿੰਨੇ ਆ ਮਸਲਾ। ਅੱਜ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਸਿੱਖ ਦਾ ਰਿਸ਼ਤਾ, ਮੁਗਲ ਕਾਲ ਦੇ ਵਿੱਚ ਉਹਨਾਂ ਦਾ ਐਟੀਟਿਊਡ, ਅੰਗਰੇਜ਼ਾਂ ਦੇ ਵੇਲੇ 'ਚ ਵਾਇਸਰਾਏ ਦਾ, ਲਾਰਡ ਮਾਊਂਟਬੈਟਨ ਦਾ ਮਨਾ ਕਰ ਦੇਣਾ ਦਰਬਾਰ ਸਾਹਿਬ ਜਾਣੋ, ਘਟਨਾਵਾਂ ਇੰਨੀਆਂ ਨੇ ਕਿ ਅੱਜ ਅਸੀਂ ਤੀਜੇ ਐਪੀਸੋਡ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਸਮਝਣ ਦੇ ਯਤਨ 'ਚ ਹੈ ਕਿ ਅਗਲੀ ਵਾਰੀ ਜਦੋਂ ਆਪ ਵੀ ਉੱਥੇ ਜਾਈਏ, ਮੱਥਾ ਟੇਕਣ ਦੇ ਨਾਲ ਨਾਲ ਇੱਕ ਵਿਚਾਰ ਪ੍ਰਵਾਹ ਹੋਵੇ ਜਿਹਦੇ 'ਚ ਡੁੱਬ ਕੇ ਸਾਡੇ ਪੁਰਖਿਆਂ ਦੀ ਘਾਲ ਕਮਾਈ ਤੇ ਇਤਿਹਾਸਕ ਘਟਨਾਵਾਂ ਸੰਜੀਵ ਹੋਣ। ਲਾਂਬਾ ਸਾਹਿਬ ਜੀ ਆਇਆਂ। ਔਰ ਨਾਲ ਹੀ ਅੱਜ ਦੇ ਦਿਨ ਦੇ ਵਿੱਚ ਜਦੋਂ ਤਕਲੀਫ ਹੁੰਦੀ ਹੈ, ਮਾਨਸਿਕਤਾ, ਸਿੱਖ ਪੀੜ ਸਮਝਣੀ ਔਖੀ ਹੈ, ਜਿਹੜੀ ਹੰਡਾਈ ਜਾਂਦੀ ਹੈ ਉਹੀ ਪਤਾ ਲੱਗਦਾ ਹੈ। ਸ਼ੁਰੂ ਕਿੱਥੋਂ ਕਰੋਗੇ ਇਹ ਰਿਸ਼ਤਾ ਹਰਮੰਦਰ ਨਾਲ ਸਿੱਖ ਦਾ? ਰੰਧਾਵਾ ਸਾਹਿਬ, ਬਹੁਤ ਹੀ ਔਖੇ ਸਮੇਂ ਔਰ ਬਹੁਤ ਹੀ ਔਖੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਤੁਸੀਂ ਮੌਕਾ ਦਿੱਤਾ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਨਤਮਸਤਕ ਹੁੰਦਿਆਂ ਅੱਜ ਸਾਰੇ ਜਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਹਰਮੰਦਰ ਸਾਹਿਬ ਤੇ ਸਿੱਖ ਦਾ ਰਿਸ਼ਤਾ, ਜਿਹੜਾ ਤੁਸੀਂ ਲਫ਼ਜ਼ ਬਹੁਤ ਪਿਆਰਾ ਵਰਤਿਆ ਹੈ, ਅਸਲ ਵਿੱਚ ਹਰ ਸਿੱਖ ਜਦੋਂ ਅਰਦਾਸ ਕਰਦਾ ਹੈ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਬਸ ਇਹ ਉਹ ਰਿਸ਼ਤਾ, ਇਹ ਉਹ ਖਤਰਾ, ਇਹ ਉਹਦਾ ਇਲਾਜ, ਇਹ ਉਹਦਾ ਹੱਲ ਤੇ ਇਹ ਉਹਦਾ ਭਵਿੱਖ ਹੈ। ਜਿੰਨੀ ਦੇਰ ਤੱਕ ਸਿੱਖ ਅਰਦਾਸ ਕਰਦਾ ਰਹੇਗਾ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ
ਇਹ ਸੱਚ ਜਾਣੋ, ਹਰਮੰਦਰ ਸਾਹਿਬ ਨੂੰ ਉਤਨੀ ਦੇਰ ਖਤਰਾ ਰਹੇਗਾ। ਦੁਨੀਆ 'ਚ ਕਰੋੜਾਂ ਅਰਬਾਂ ਇਮਾਰਤਾਂ, ਕੋਈ ਖਤਰਾ ਨਹੀਂ। ਪਰ ਤੁਸੀਂ ਦੇਖੋ, ਜਦੋਂ ਵੀ ਸਿੱਖ ਨੇ ਅਰਦਾਸ ਕੀਤੀ ਹੈ ਕਿ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਔਰ ਉੱਥੇ ਜਾਣ ਦੀ ਚਾਹਨਾ ਔਰ ਉਹਦੇ ਲਈ ਕਦਮ ਪੁੱਟਿਆ, ਹਰਮੰਦਰ ਸਾਹਿਬ ਨੂੰ ਵੀ ਖਤਰਾ ਹੋਇਆ, ਸਿੱਖ ਨੂੰ ਵੀ ਹੋਇਆ। ਸੋ ਜਿੰਨੀ ਦੇਰ ਸਿੱਖ ਅਰਦਾਸ ਕਰੇਗਾ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਹਰਮੰਦਰ ਸਾਹਿਬ ਨੂੰ ਖਤਰਾ ਹੈ। ਪਰ ਜਿਸ ਦਿਨ ਇਹ ਅਰਦਾਸ ਬੰਦ ਹੋ ਗਈ, ਉਹ ਦਿਨ ਸਿੱਖ ਖਤਮ ਹੋ ਜਾਏਗਾ। ਸੋ ਇਹ ਦੋਨੋਂ ਇੱਕ ਦੂਜੇ ਦੇ ਪੂਰਕ ਹੈਗੇ ਆ। ਹਰਮੰਦਰ ਸਾਹਿਬ ਇਤਨੀ ਪਾਵਨ ਜਗ੍ਹਾ ਹੈ ਕਿ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਥਾਪਿਤ ਕੀਤਾ, ਮੰਜੀ ਦੇ ਉੱਤੇ ਕੀਤਾ। ਗ੍ਰਸਤੀਆਂ ਦਾ ਬਿਰਾਜਣ ਦਾ ਸਥਾਨ ਮੰਜੀ ਹੈ। ਕਿਸੇ ਦਾ ਸ਼ੇਰ ਦੀ ਖਲ ਤੇ ਹੈ, ਕੋਈ ਸਿੰਘਾਸਨ ਤੇ ਹੈ, ਕੋਈ ਮ੍ਰਿਗਸ਼ਾਲਾ ਤੇ ਹੈ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਲਈ ਸਾਹਿਬਾਂ ਨੇ ਜਿਹੜਾ ਆਸਨ ਚੁਣਿਆ ਤਾਂ ਉਹ ਸੀਗਾ ਮੰਜੀ ਸਾਹਿਬ। ਹੁਣ ਗੁਰੂ ਸਾਹਿਬ ਮੰਜੀ ਸਾਹਿਬ ਦੇ ਉੱਤੇ ਪ੍ਰਕਾਸ਼ ਕਰਕੇ ਆਪ ਸਾਈਡ 'ਚ ਬੈਠੇ ਹੈ। ਬਾਅਦ ਵਿੱਚ ਜਦੋਂ ਕੋਠਾ ਸਾਹਿਬ ਵਿੱਚ ਵੀ ਜਦੋਂ ਗੁਰੂ ਸਾਹਿਬ ਨੂੰ ਸੰਤੋਖ ਦਿੱਤਾ ਜਾਂਦਾ ਸੀਗਾ ਤੇ ਹਜ਼ੂਰ ਸੱਚੇ ਪਾਤਸ਼ਾਹ ਉਹ ਥੱਲੇ ਚਾਦਰ ਵਿਛਾ ਕੇ ਸੌਂਦੇ ਸੀ, ਉਹ ਕਦੀ ਪਲੰਗ ਤੇ ਨਹੀਂ ਸੁੱਤੇ। ਗੁਰੂ ਸਾਹਿਬ ਦਾ ਰਿਸ਼ਤਾ ਹਰਮੰਦਰ ਸਾਹਿਬ ਨਾਲ, ਰਾਗੀਆਂ ਨਾਲ, ਰਬਾਬੀਆਂ ਨਾਲ ਸਿਰਫ ਇੱਕ ਛੋਟਾ ਜਿਹਾ ਨੁਕਤਾ ਹੈਗਾ ਕਿ ਜਿਹੜੀ ਚੀਜ਼ ਸਭ ਤੋਂ ਅਜ਼ੀਮ ਸੀ, ਸਭ ਤੋਂ ਜ਼ਿਆਦਾ ਅਜ਼ੀਜ਼ ਸੀ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਨੇ ਆਪਣੇ ਮਹਿਲ ਦੇ ਪਿਛਲੇ ਪਾਸੇ ਜਿਨ੍ਹਾਂ ਨੂੰ ਵਸਾਇਆ, ਉਹ ਗਲੀ ਰਬਾਬੀਆਂ ਹੈ। ਯਾਨੀ ਇੰਨਾ ਸਤਿਕਾਰ ਸੀ ਉਹਨਾਂ ਰਬਾਬੀਆਂ ਦਾ, ਉਹਨਾਂ ਕੀਰਤਨੀਆਂ ਦਾ। ਇਹ ਗੁਰੂ ਸਾਹਿਬ ਨੇ ਇਹ ਨਾਲ ਇਸ ਨੂੰ ਕਰਕੇ ਉਹਨਾਂ ਨੇ ਕੀਤਾ। ਔਰ ਇੱਕ ਸਿਰਫ ਬੜੀ ਛੋਟੀ ਜੀ ਇੱਕ ਘਟਨਾ ਹੈਗੀ ਹੈ, ਬਹੁਤ ਛੋਟੀ ਜੀ ਘਟਨਾ ਹੈਗੀ ਹੈ। ਇੱਕ ਰਬਾਬੀ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਆਇਆ, ਕਹਿੰਦਾ ਮੇਰੀ ਬੇਟੀ ਦੇ ਸ਼ਾਦੀ ਹੈ ਤੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਕੁਝ ਦਿਓ। ਹਜ਼ੂਰ ਨੇ 1 ਟਕਾ ਦਿੱਤਾ। ਉਹ ਕਹਿਣ ਲੱਗਾ ਹੁਣ ਮੈਨੂੰ ਗੁਰੂ ਅੰਗਦ ਦੇਵ ਜੀ ਦੇ ਨਾਂ ਦਾ ਦਿਓ। ਉਹਨਾਂ ਨੇ 1 ਟਕਾ ਹੋਰ ਦੇ ਦਿੱਤਾ। ਕਹਿੰਦਾ ਹੁਣ ਗੁਰੂ ਅਮਰਦਾਸ ਜੀ ਦਾ 1 ਟਕਾ ਹੋਰ ਮਿਲ ਗਿਆ। ਕਹਿੰਦੇ ਹੁਣ ਗੁਰੂ ਰਾਮਦਾਸ ਜੀ ਦਾ, ਉਹਨਾਂ ਨੇ 1 ਟਕਾ ਹੋਰ ਦੇ ਦਿੱਤਾ। ਕਹਿਣ ਲੱਗਾ ਹੁਣ ਤੁਸੀਂ ਆਪਣੇ ਵੱਲੋਂ ਵੀ ਦਿਓ। ਦੇਖੋ ਤੁਸੀਂ ਭਾਵਨਾ, ਹਜ਼ੂਰ ਨੇ ਅੱਧਾ ਟਕਾ ਦਿੱਤਾ। ਕਹਿੰਦੇ ਤੁਸੀਂ ਅੱਧਾ ਕਿਉਂ ਦੇ ਰਹੇ ਹੋ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਅਜੇ ਅੱਧਾ ਸਿੱਖ ਹਾਂ, ਮੈਂ ਅਜੇ ਪੂਰਾ ਸਿੱਖ ਨਹੀਂ ਬਣ ਸਕਿਆ। ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਮੂੰਹ ਹਨੇਰੇ ਇੱਕ ਕੋਈ ਸੱਜਣ ਸਿਰ ਦੇ ਉੱਤੇ ਦੇਗ ਲਈ ਅਰਦਾਸੀਆ ਸਿੰਘ ਕੋਲ ਆਇਆ, ਕਹਿੰਦਾ ਜੀ ਮੇਰੀ ਅਰਦਾਸ ਕਰ ਦਿਓ। ਉਹਨਾਂ ਨੇ ਕਿਹਾ ਜੀ ਕੀ ਅਰਦਾਸ ਕਰਨੀ? ਬੁੱਕਲ ਮਾਰੀ ਸੀ, ਸਰਦੀਆਂ ਦੇ ਦਿਨ ਸੀ, ਮੂੰਹ ਹਨੇਰਾ ਸੀ। ਉਹ ਕਹਿੰਦਾ ਕੀ ਅਰਦਾਸ ਕਰਨੀ ਹੈ? ਤਾਂ ਉਸਨੇ ਕਿਹਾ ਕਿ ਮੇਰੀ ਅਰਦਾਸ ਕਰੋ ਕਿ ਮੈਨੂੰ ਸਿੱਖੀ ਦਾਨ ਮਿਲੇ। ਜਦੋਂ ਮੁੜ ਕੇ ਦੇਖਿਆ, ਗੁਰੂ ਅਰਜਨ ਦੇਵ ਜੀ ਖੁਦ ਸੀਗੇ। ਇਹ ਰਿਸ਼ਤਾ ਹੈ ਗੁਰੂ ਸਾਹਿਬ ਦਾ ਹਰਮੰਦਰ ਸਾਹਿਬ ਲਈ, ਆਪਣੇ ਲਈ। ਇਹਦਾ ਮਤਲਬ ਹੈਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਵੀ ਅੱਜ ਕਿਸੇ ਦੀ ਨਿੱਜੀ ਦੀ ਅਰਦਾਸ ਹਰਮੰਦਰ ਸਾਹਿਬ ਨਹੀਂ ਹੁੰਦੀ, ਸਮੁੱਚੇ ਸਾਰੇ ਸਰਬੱਤਰ ਦੀ ਅਰਦਾਸ ਹੁੰਦੀ ਹੈ। ਇਹ ਬੜਾ ਵੱਡਾ ਜਿਹੜਾ ਰੁਤਬਾ ਹੈ, ਇਹ ਅਸਥਾਨ ਦੇਣ ਦਾ ਹੈ। ਸੋ ਇਸ ਦੇ ਲਈ ਜਿਹੜੀਆਂ ਕੁਰਬਾਨੀਆਂ ਹੋਈਆਂ, ਜਿਹੜੀਆਂ ਘਟਨਾਵਾਂ ਵਾਪਰੀਆਂ, ਤਾਂ ਉਹ ਫਿਰ ਅਗਲੇ ਮਰਹਲੇ 'ਚ ਹੈ। ਇਹ ਉਹਦੀ ਬੁਨਿਆਦ ਹੈ। ਜਿਹੜਾ ਸਿੱਖ ਦਾ ਰਿਸ਼ਤਾ, ਸਿੱਖ ਨੂੰ ਖਤਰਾ ਹੈ ਜਿੰਨੀ ਦੇਰ ਹਰਮੰਦਰ ਸਾਹਿਬ ਤੋਂ ਟੁੱਟੇਗਾ, ਔਰ ਹਰਮੰਦਰ ਸਾਹਿਬ ਨੂੰ ਖਤਰਾ ਹੈ ਜਿੰਨੀ ਦੇਰ ਸਿੱਖ ਉਹਦੇ ਨਾਲ ਜੁੜਿਆ ਰਹੇਗਾ। ਲਾਂਬਾ ਸਾਹਿਬ, ਕਿਉਂਕਿ ਜਦੋਂ ਤੁਸੀਂ ਪਛਾਣ ਵਰਤਦੇ ਹੋ ਤਾਂ ਫਿਰ ਤੁਹਾਨੂੰ ਉਹ ਘਟਨਾਵਾਂ ਘੇਰਦੀਆਂ ਜਿਹੜੀਆਂ ਕਦੇ ਤਾਂ ਕਦੇ ਤੁਹਾਨੂੰ ਉਦਾਸ ਕਰਦੀਆਂ, ਕਦੇ ਤੁਹਾਨੂੰ ਮਾਣ ਮੱਤੇ ਰਾਹਾਂ ਤੇ ਲੈ ਜਾਂਦੀਆਂ। ਤੇ ਜਦੋਂ ਅੰਗਰੇਜ਼ ਸ਼ਾਸਕ ਵਾਇਸਰਾਏ ਸਭ ਤੋਂ ਵੱਡਾ ਹੁੰਦਾ ਹੈ, ਜਦੋਂ ਉਹਨੇ ਇਹ ਮਨਾ ਕਰਤਾ ਕਿ ਦਰਬਾਰ ਸਾਹਿਬ ਮੈਂ 60 ਲੱਖ ਦੀ ਕੌਮ ਉਹਦੇ ਅਜੀਮ ਅਸਥਾਨ ਤੇ ਜਾਵਾਂ, ਉਹਦੇ ਲੀਡਰ ਨੂੰ ਗ੍ਰਿਫਤਾਰ ਕਰਾਂ, ਮੇਰੇ ਕੋਲ ਇੱਕ ਦੂਜਾ ਰਸਤਾ ਹੈ। ਉਹ ਮੈਨੂੰ ਘਟਨਾ ਜ਼ਰਾ ਦੱਸਿਓ, ਕਿਉਂਕਿ ਤੁਸੀਂ ਇਤਿਹਾਸ ਨੂੰ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਤੇ ਬਿਹਤਰ ਪੜ੍ਹਿਆ। ਦੇਖੋ, ਜਿਹੜਾ ਮੈਂ ਇੱਕ ਗੱਲ ਬੜੀ ਸਪਸ਼ਟ ਹੈਗੀ ਹੈ ਕਿ ਤੁਸੀਂ ਦੇਖੋਗੇ ਅੰਗਰੇਜ਼ਾਂ ਨੇ ਜਿਹੜੇ ਵੀ ਕੌਮ ਦੇ ਉੱਤੇ ਹੁਕਮਰਾਨੀ ਕੀਤੀ ਹੈ, ਜਿਹੜੀ ਵੀ ਕੌਮ ਦੇ ਉੱਤੇ ਕੀਤੀ ਹੈ, ਕਿਸੇ ਵੀ ਮੁਲਕ ਵਿੱਚ ਗਏ ਆ, ਉਹਨਾਂ ਨੇ ਸਭ ਤੋਂ ਪਹਿਲੇ ਉਹਨਾਂ ਦਾ ਇਤਿਹਾਸ ਪੜ੍ਹਿਆ। ਅੰਗਰੇਜ਼ਾਂ ਨੇ ਘੱਟੋ ਘੱਟ 150-200 ਕਿਤਾਬਾਂ ਸਿੱਖਾਂ ਬਾਰੇ ਲਿਖੀਆਂ, ਪੰਜਾਬ ਦੇ ਇਤਿਹਾਸ ਬਾਰੇ ਲਿਖੀਆਂ, ਔਰ ਬੜੇ ਵੇਰਵੇ 'ਚ ਹੈ। ਉਹਨਾਂ ਨੇ ਇਹਨਾਂ ਦਾ ਸਾਰਾ ਇਤਿਹਾਸ ਪੜ੍ਹਨ ਤੋਂ ਬਾਅਦ ਫਿਰ ਇਹਨਾਂ ਨਾਲ ਗੱਲ ਕਰਦੇ ਸੀਗੇ। ਇਹ ਇੱਕ ਪਹਿਲਾ ਨੁਕਤਾ ਹੈਗਾ। 1947 ਮਾਹੌਲ ਬਹੁਤ ਵਿਗੜਿਆ ਸੀ। 2 ਨੇਸ਼ਨ ਥਿਊਰੀ ਦੇ ਉੱਤੇ, 2 ਕੌਮਾਂ ਦੇ ਉੱਤੇ ਵੰਡਿਆ ਜਾ ਰਿਹਾ ਸੀ ਮੁਲਕ। ਉਸ ਵੇਲੇ CID ਦੀ ਰਿਪੋਰਟ ਆਈ, ਔਰ CID ਦੀ ਰਿਪੋਰਟ ਦੇ ਉੱਤੇ ਦੱਸਿਆ ਗਿਆ
ਕਿ ਸਿੱਖ ਲੀਡਰਸ਼ਿਪ ਨੇ ਇਹ ਤੈਅ ਕੀਤਾ ਹੈ ਕਿ ਮੁਹੰਮਦ ਅਲੀ ਜਿਨਾਹ ਕਾਇਦੇ ਆਜ਼ਮ ਜਿਹੜੇ ਮੁਸਲਿਮ ਲੀਗ ਦੇ, ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਹੈ। ਔਰ ਜਦੋਂ ਇਹ CID ਨੇ ਰਿਪੋਰਟ ਦਿੱਤੀ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਦੱਸੋ ਕੀ ਕਰ ਰਹੇ ਹੋ। ਵਾਇਸਰਾਏ ਨੇ ਕਿਹਾ ਦੱਸੋ ਕੀ ਚਾਹੁੰਦੇ ਹੋ। ਕਹਿੰਦੇ ਕਿ ਮਾਸਟਰ ਤਾਰਾ ਸਿੰਘ ਉਹਨੂੰ ਅਰੈਸਟ ਕਰੋ। ਵਾਇਸਰਾਏ ਨੇ ਕਿਹਾ ਤੁਹਾਨੂੰ ਪਤਾ ਉਹ ਕਿੱਥੇ ਹੈ? ਉਹ ਇਸ ਵੇਲੇ ਹਰਮੰਦਰ ਸਾਹਿਬ ਵਿੱਚ ਹੈ, ਦਰਬਾਰ ਸਾਹਿਬ ਹੈ। ਤੇ ਉਹ ਕਹਿੰਦੇ ਉਹਨੂੰ ਅਰੈਸਟ ਕਰੋ। ਕਹਿੰਦਾ ਇਹ ਸੋਚਿਆ ਨਹੀਂ ਜਾ ਸਕਦਾ ਕਿ ਦਰਬਾਰ ਸਾਹਿਬ ਦੇ ਵਿੱਚ ਮੈਂ ਪੁਲਿਸ ਭੇਜਣ ਦਾ ਹੁਕਮ ਦੇਵਾਂ। ਉਹ ਕਹਿੰਦੇ ਇਹਦਾ ਮਤਲਬ ਤੁਸੀਂ ਸਾਡੇ ਕਾਇਦੇ ਆਜ਼ਮ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹੋ। ਉਹ ਕਹਿੰਦਾ ਬਿਲਕੁਲ ਨਹੀਂ। ਉਹ ਪੁੱਛਣ ਲੱਗੇ ਕਿ ਉਹਦੇ ਲਈ ਫਿਰ ਕੀ ਤੁਹਾਡਾ ਇੰਤਜ਼ਾਮ ਕੀਤਾ ਹੈ? ਕਹਿੰਦਾ ਉਹ ਮੈਂ ਨਹੀਂ ਦੱਸ ਸਕਦਾ। ਕਹਿੰਦੇ ਫਿਰ ਕੀ ਗਰੰਟੀ ਹੈ ਉਹਦੀ ਸੇਫਟੀ ਦੀ? ਵਾਇਸਰਾਏ ਨੇ ਕਿਹਾ, ਕਹਿੰਦਾ ਮੈਂ ਇੱਕ ਕੰਮ ਕਰ ਸਕਦਾ, ਕੱਲ ਜਦੋਂ ਕਾਇਦੇ ਆਜ਼ਮ ਦਾ ਜਲੂਸ ਨਿਕਲੇਗਾ ਉਹਦੇ ਗੱਡੀ ਦੇ ਵਿੱਚ ਨਾਲ ਦੀ ਸੀਟ ਤੇ ਮੈਂ ਬੈਠ ਜਾਵਾਂਗਾ। ਮੈਂ ਆਪਣੇ ਆਪ ਨੂੰ ਉਸਦੇ ਲਈ ਪੇਸ਼ ਕਰ ਸਕਦਾ, ਪਰ ਮੈਂ 60 ਲੱਖ ਦੀ ਕੌਮ ਦੇ ਆਗੂ ਨੂੰ ਹਰਮੰਦਰ ਸਾਹਿਬ ਵਿੱਚ ਪੁਲਿਸ ਭੇਜ ਕੇ ਨਹੀਂ ਅਰੈਸਟ ਕਰ ਸਕਦਾ। ਉਹਨਾਂ ਨੂੰ ਸਮਝ ਆ ਗਈ ਸੀ ਹਰਮੰਦਰ ਸਾਹਿਬ ਕੀ ਹੈ। ਸਮਝ ਨਹੀਂ ਆਂਦੀ, ਸਾਡਿਆਂ ਨੂੰ ਕਿਉਂ ਨਹੀਂ ਸਮਝ ਆਂਦੀ? ਸਾਨੂੰ ਕਿਉਂ ਨਹੀਂ ਆਂਦੀ? ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਜਿਸ ਦੌਰ ਦੇ ਵਿੱਚ ਇਹ ਘਟਨਾਵਾਂ ਤੇਜ਼ੀ ਨਾਲ ਵਾਪਰੀਆਂ, ਉਹ ਦੌਰ ਵਿਕਸਿਤ ਹੋਣ ਦਾ ਦੌਰ ਸੀ। ਉਦੋਂ ਮੁਲਕਾਂ ਦੀਆਂ ਦੀਵਾਰਾਂ ਟੁੱਟ ਰਹੀਆਂ ਸੀ ਤੇ ਉਸ ਵੇਲੇ ਸਾਡੀ ਲੀਡਰਸ਼ਿਪ ਵੀ ਇਸ ਤਰ੍ਹਾਂ ਦੇ ਫੈਸਲੇ ਦੇ ਮੌਕੇ ਤੇ ਚੁੱਪ ਕਰਕੇ ਬਾਹਾਂ ਖੜੀਆਂ ਕਰ ਜਾਂਦੀ ਹੈ। ਸਵਾਲ ਇਹ ਹੈ ਕਿ ਦੁਸ਼ਮਣ ਨੇ ਤਾਂ ਆਪਣਾ ਕੰਮ ਕਰਨਾ ਸੀ, ਉਹ ਬਾਤ ਅਣਹੋਣੀ ਕਰਦਾ, ਲੇਕਿਨ ਸਾਡੇ ਵਾਲਿਆਂ ਨੇ ਪੇਸ਼ਬੰਦੀਆਂ ਕਿਉਂ ਨਾ ਕੀਤੀਆਂ, ਇਹਨੂੰ ਛੱਡ ਦਿੰਨੇ ਆ। ਇਹ ਵੱਡਾ ਸਵਾਲ ਆ। ਮੈਨੂੰ ਲੱਗਦਾ ਮੇਰੀ ਸਮਝ ਤੋਂ ਪਾਰ ਦਾ ਹੈ। ਸ਼ਾਇਦ ਆਲੋਚਨਾ ਦਾ ਸਾਹਮਣਾ ਵੀ ਅਸੀਂ ਕਰਨ ਤੋਂ ਡਰਦੇ ਆ, ਲੇਕਿਨ ਸੱਚ ਇਹ ਆ ਕਿ ਅਸੀਂ ਇਹਨਾਂ ਥਾਵਾਂ ਦੇ ਜਿਹੜੇ ਮੁਕੱਦਸ ਸਥਾਨ ਨੇ, ਇਹਨਾਂ ਥਾਵਾਂ ਦੇ ਜਿਹੜੇ ਰਹਿਤ ਨੇ, ਮਰਿਆਦਾ ਨੇ, ਇਹਨਾਂ ਦੇ ਜਿਹੜੇ ਡਿਸਪਲਿਨ ਨੇ, ਉਹਨਾਂ ਨੂੰ ਆਪ ਵੀ ਤੋੜ ਨਹੀਂ ਸਕਦੇ। ਇਹ ਮੇਰਾ ਮੰਨਣਾ ਹੈ ਕਿ ਅਸੀਂ ਵੀ ਨਹੀਂ ਤੋੜ ਸਕਦੇ। ਅਸੀਂ ਉੱਥੇ ਅੰਦਰ ਜੋ ਵੀ ਵਾਪਰਿਆ ਉਹਦੇ ਵਿੱਚ ਅਸੀਂ ਵੀ ਕੁਝ ਗੁਨਾਹ ਕੀਤੇ ਹੋਣਗੇ, ਲੇਕਿਨ ਅੱਜ ਦੇ ਦਿਨ ਤੇ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਬਣਦਾ। ਲੇਕਿਨ ਮੁਗਲ ਕਾਲ ਦੇ ਵੇਲੇ ਵੀ ਕੁਝ ਘਟਨਾਵਾਂ ਐਸੀਆਂ ਨੇ ਜਿਨ੍ਹਾਂ ਨੂੰ ਮੈਂ ਚਾਹੂੰਗਾ ਤੁਸੀਂ ਜ਼ਰੂਰ ਸਾਹਮਣੇ ਲਿਆਓ, ਤਾਂ ਕਿ ਇਸ ਬਹੁਤ 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 ਪਾਵਨ ਅਸਥਾਨ ਨਾਲ ਜੁੜੇ ਉਹ ਸਾਰੇ ਪਹਿਲੂ ਉਜਾਗਰ ਹੋਣ ਜਿਨ੍ਹਾਂ ਦਾ ਸਾਡਾ ਅਸੀਂ ਟੀਚਾ ਰੱਖਿਆ। ਜੀ, ਉਸ ਤੋਂ ਪਹਿਲੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿਹੜੀ ਤੁਸੀਂ ਗੱਲ ਕਹੀ ਨਾ ਕਿ ਅਸੀਂ ਖੁਦ ਵੀ ਨਹੀਂ ਤੋੜ ਸਕਦੇ, ਬਿਲਕੁਲ ਸਹੀ ਹੈ। ਇਹ ਗੱਲ ਨੂੰ ਦ੍ਰਿੜ ਕਰਾਉਣ ਲਈ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੌਤਕ ਕੀਤਾ। ਉਹਨਾਂ ਨੇ ਦਾਦੂ ਦੀ ਕਬਰ ਵੱਲ ਸਲਾਮ ਕੀਤਾ ਤੀਰ ਦੇ ਨਾਲ। ਜਦੋਂ ਇਹ ਕੀਤਾ ਤੇ ਜਿਹੜੇ ਸਿੱਖ ਸੀਗੇ ਉਹਨਾਂ ਨੇ ਗੁਰੂ ਸਾਹਿਬ ਦੇ ਘੋੜੇ ਦੀ ਵਾਗ ਫੜ ਲਈ ਕਿ ਤੁਸੀਂ ਆਪ ਕਿਹਾ ਕਿ ਗੌਰ ਮੜੀ ਮਠਭੂਲ ਨਾ ਮਾਨੇ, ਤੇ ਤੁਸੀਂ ਦਾਦੂ ਦੀ ਕਬਰ ਨੂੰ ਕਿੱਦਾਂ ਸਲਾਮ ਕੀਤੀ ਹੈ? ਹਜ਼ੂਰ ਨੇ ਕਿਹਾ ਨਹੀਂ, ਮੈਂ ਤਾਂ ਨਮਸਤੰਗ ਅਕਾਲੇ ਕਿਹਾ ਸੀ, ਬਾਈ ਚਾਂਸ ਜਿਸ ਤਰ੍ਹਾਂ ਉਹਦੇ ਸਾਹਮਣੇ ਸੀ। ਉਹ ਕਹਿੰਦੇ ਜੋ ਮਰਜ਼ੀ ਹੋਏ, ਆਮ ਸੰਗਤ ਦੇ ਮਨ ਵਿੱਚ ਇਹ ਭੁਲੇਖਾ ਪਿਆ ਕਿ ਤੁਸੀਂ ਕਬਰ ਨੂੰ ਸਲਾਮ ਕੀਤਾ, ਤੁਹਾਨੂੰ ਸਜ਼ਾ ਮਿਲੇਗੀ। ਗੁਰੂ ਸਾਹਿਬ ਦਾ ਹੁਕਮ ਹੈ, ਸਿੱਖ ਰਹਿਤ ਮਰਿਆਦਾ 'ਚ ਹੈ, ਕਿਸੇ ਵੀ ਗੁਰੂ ਗ੍ਰੰਥ ਸਾਹਿਬ ਨੂੰ, ਅਕਾਲ ਪੁਰਖ ਨੂੰ ਛੱਡ ਕੇ ਕਿਸੇ ਦੇਵੀ ਦੇਵਤਾ, ਕਿਸੇ ਮੂਰਤੀ ਦੇ ਅੱਗੇ, ਕਿਸੇ ਹਵਨ ਦੇ ਅੱਗੇ ਜਾਣਾ ਇਹ ਬਹੁਤ ਵੱਡੀ ਅਵਗਿਆ ਹੈ ਔਰ ਬੰਦਾ ਤਨਖਾਹੀਆ ਹੈ। ਇਹ ਜਦੋਂ ਉਹਨਾਂ ਨੇ ਕਿਹਾ ਤਾਂ ਹਜ਼ੂਰ ਨੇ ਕਿਹਾ ਫਿਰ ਦੱਸੋ? ਉਹ ਕਹਿੰਦੇ ਤੁਹਾਨੂੰ ਤਨਖਾਹ ਲੱਗੇਗੀ। ਹਜ਼ੂਰ ਨੇ ਵੀ ਤਨਖਾਹ ਲਵਾਈ। ਸੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਿਹੜਾ ਗੁਰਮਤ ਹੈ ਉਹ ਗੁਰੂ ਤੋਂ ਵੀ ਉੱਤੇ ਹੈ। ਜੇ ਗੁਰੂ ਨੂੰ ਮਾਫੀ ਨਹੀਂ, ਕਿਸੇ ਆਗੂ ਨੂੰ, ਕਿਸੇ ਅਮੀਰ ਨੂੰ, ਕਿਸੇ ਵਜ਼ੀਰ ਨੂੰ, ਕਿਸੇ ਧਨਾੜ ਨੂੰ ਕਿੱਦਾਂ ਉਸ ਤੋਂ, ਜਾਂ ਕਿਸੇ ਪ੍ਰਚਾਰਕ ਨੂੰ, ਜਾਂ ਕਿਸੇ ਧਾਰਮਿਕ ਬੰਦੇ ਨੂੰ ਉਸ ਤੋਂ ਨਹੀਂ ਹੋ ਸਕਦੀ। ਦੂਜੀ ਗੱਲ, ਇੱਕ ਗੱਲ ਮੈਂ ਜ਼ਰੂਰ ਇਹਦੇ ਨਾਲ ਕਹਿਣੀ ਚਾਹਾਂਗਾ। ਮੇਰਾ ਇੱਕ ਮਿੱਤਰ ਹੈ, ਬਹੁਤ ਸੀਨੀਅਰ ਐਨਾਲਿਸਟ ਹੈਗੇ ਆ, ਉਹਨਾਂ ਨੇ ਮੇਰੀ ਕਿਤਾਬ ਸੀ, ਉਹਦੇ ਚ ਮੁਖਬੰਦ ਵਿੱਚ ਲਿਖੀ ਇੱਕ ਗੱਲ, ਉਹ ਮੈਨੂੰ ਬੜੀ ਲੱਗਦੀ ਹੈ, ਉਹ ਸਹੀ ਹੈ। ਉਹ ਕਹਿੰਦੇ ਸਾਡੀਆਂ ਜਿੰਨੀਆਂ ਮੁਸੀਬਤਾਂ, ਜਿੰਨੀਆਂ ਸਾਡੇ ਇਸ਼ੂਜ਼ ਹੈ, ਜਿੰਨੇ ਸਾਡੇ ਨੁਕਤੇ ਹੈਗੇ ਆ, ਉਹ ਸਾਰੇ ਆਜ਼ਾਦੀ ਦੀ ਦੇਣ ਹੈ। 1947 ਤੋਂ ਪਹਿਲਾਂ ਐਸਾ ਕੋਈ ਝਗੜਾ ਨਹੀਂ ਸੀ, ਕੋਈ ਮਸਲਾ ਨਹੀਂ ਸੀ। ਸੋ ਮੈਂ ਤਾਂ ਸਹੀ ਜਾਣੋ ਮਨ ਦੇ ਅੰਦਰੋਂ ਅਰਦਾਸ ਕਰਦਾ, ਇਹ ਕਲਗੀਆਂ ਵਾਲੇ ਸਾਨੂੰ 1947 ਤੋਂ ਪਹਿਲੇ ਵਾਲੀ ਸਿੱਖੀ ਮੋੜ ਦੇ। ਉਹਦੇ 'ਚ ਕੋਈ ਦੁਬਿਧਾ ਨਹੀਂ ਸੀ, ਇੱਕ ਸਿੱਖ ਸੀ, ਇੱਕ ਗੁਰਦੁਆਰਾ ਸੀਗਾ। ਮਗਰ ਇਸ ਦੇ ਬਾਅਦ ਦੇ ਜਿੰਨਾ ਕੁਝ ਹੋ ਰਿਹਾ ਉਹ ਸਾਰਾ ਕੁਝ ਹੋਣਾ। ਹੁਣ ਤੁਸੀਂ ਦੱਸੋ ਕਿਹੜੇ ਸੀਕੁਐਂਸ ਤੋਂ ਅਸੀਂ ਗੱਲ ਉਹਨਾਂ, ਕਿਉਂਕਿ ਤੁਸੀਂ 47 ਦੀ ਗੱਲ ਕੀਤੀ ਆ, 47 ਤੋਂ ਬਾਅਦ ਇੱਕ ਵਾਰੀ ਅਕਾਲੀ ਸਰਕਾਰ ਵੇਲੇ ਵੀ ਪੁਲਿਸ ਜਾਂਦੀ ਆ, ਸੱਚਰ ਭੇਜਦੇ ਆ। ਮੈਨੂੰ ਉਹ ਘਟਨਾ ਤੋਂ ਤੁਰਨਾ ਹੈ, ਕਿਉਂਕਿ ਤੁਸੀਂ ਠੀਕ ਕਿਹਾ ਕਿ ਅਸੀਂ
ਇੱਕ ਹੋਣ ਦੀ ਬਜਾਏ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਗੁਰੂ ਸਾਹਿਬ ਵੱਲੋਂ ਬਣਾਇਆ ਉਸਾਰਿਆ, ਤੇ ਉਹ ਜਿਹੜੀ ਤਾਮੀਰ ਹੈ ਉਹ ਗੁਰਬਾਣੀ ਨਾਲ, ਵਿਚਾਰ ਨਾਲ ਚੱਲਦੀ ਹੈ, ਸੰਗੀਤ ਨਾਲ ਚੱਲਦੀ ਹੈ, ਵਸਮਾਦੀ ਹੈ। ਲੇਕਿਨ ਉਸ ਤੋਂ ਬਾਅਦ ਡੇਰਿਆਂ ਦੀ ਇੱਕ ਪਰੰਪਰਾ ਸ਼ੁਰੂ ਹੋ ਗਈ, ਔਰ ਬਹੁਤ ਸਾਰੇ ਨਾਲ ਜਿਹਨੂੰ ਅਸੀਂ ਕਹਿੰਦੇ ਤਾਂ ਉਹ ਸਰੂਪ ਚ ਹੀ ਨੇ, ਜੋ ਵੀ ਕਹਿ ਰਹੇ ਹੈ ਤਾਂ ਸਰੂਪ ਚ ਹੀ, ਭਰਮ ਬੜੇ ਵੱਡੇ ਸਿਰਜੇ ਗਏ। ਇਹਦਾ ਮਤਲਬ ਕੋਈ ਅਸਥਾਨ ਦੇ ਪ੍ਰਬੰਧਕ ਜਾਂ ਜ਼ਿੰਮੇਵਾਰ ਕਮਜ਼ੋਰ ਪਏ, ਉਹਦੀ ਜਿਹੜੀ ਗਰਿਮਾ ਸੀ ਜਾਂ ਉਹਦਾ ਜਿਹੜਾ ਉੱਥੋਂ ਜਲੌ ਸੀ ਉਹਨੂੰ ਉਸ ਤਰੀਕੇ ਨਾਲ ਨਹੀਂ ਅੱਗੇ ਵਧਾ ਸਕੇ। ਸੋ ਗੱਲ ਫਿਰ ਆ ਸਾਡੇ ਤੇ ਆਉਂਦੀ, ਜਿਹੜੇ ਸਮੇਂ ਦੇ ਉੱਤੇ ਅਸੀਂ ਇਨਸਾਨੀ ਜਾਮੇ ਚ ਹੈ, ਕਿਉਂਕਿ ਵਿਚਾਰ ਤਾਂ ਅਜੇ ਵੀ ਉਵੇਂ ਹੀ ਆ ਤੇ ਅੱਗੇ ਨਾਲੋਂ ਜ਼ਿਆਦਾ ਤੀਬਰ ਹੋ ਗਿਆ, ਤੇ ਵਿਚਾਰ ਤਾਂ ਅੱਗੇ ਨਾਲੋਂ ਜ਼ਿਆਦਾ ਵਿਸਥਾਰ ਵੀ ਲੈ ਗਿਆ, ਉਹਦੀ ਲੋੜ ਵੀ ਜ਼ਿਆਦਾ ਹੈ। ਸੋ ਮੈਂ ਚਾਹੂੰਗਾ ਜਿਹੜਾ ਉਹ 47 ਤੋਂ ਬਾਅਦ ਦੀਆਂ ਘਟਨਾਵਾਂ ਨੇ, ਦਰਬਾਰ ਸਾਹਿਬ ਦੇ ਅੰਦਰ ਪੁਲਿਸ ਗਈ ਜਦੋਂ। ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੈਗੇ ਹੋ ਕਿ ਦੇਖੋ ਉਹ ਸਾਰੀਆਂ ਜਿਹੜੀਆਂ ਸੰਸਥਾਵਾਂ, ਜਿਹੜੀਆਂ ਸੰਪਰਦਾਵਾਂ, ਨਾ ਤਾਂ ਉਹੀ ਹੈ। ਹੁਣ ਡੇਰਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਵੀ ਡੇਰਾ ਸਾਹਿਬ ਹੈ, ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਸੌਦਾ ਕੀਤਾ ਸੀ, ਖਰਾ ਸੌਦਾ ਗੁਰਦੁਆਰਾ ਹੈ, ਉਹਨੂੰ ਸੱਚਾ ਸੌਦਾ ਕਿਹਾ। ਸੋ ਗੱਲ ਤਾਂ ਉਹੀ ਹੁੰਦੀ ਹੈ, ਪਰ ਜਦੋਂ ਸ਼ਬਦਾਵਲੀ ਗਲਤ ਵਿਅਕਤੀ ਦੇ ਹੱਥ ਆ ਜਾਏ ਫਿਰ ਉਹਦੇ ਸਾਰੇ ਅਸਰ ਖਤਮ ਕਰ ਦਿੰਦੀ ਹੈ। ਜਿਵੇਂ ਨਿਰੰਕਾਰੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਆਪ ਨੂੰ ਨਿਰੰਕਾਰੀ ਕਿਹਾ, ਨਾਨਕ ਨਿਰੰਕਾਰੀ ਕਿਹਾ, ਪਰ ਜਦੋਂ ਗਲਤ ਹੱਥਾਂ ਦੇ ਵਿੱਚ ਆ ਜਾਏ। ਹੁਣ ਮੈਂ ਸਿਰਫ ਬੜੇ ਸੰਖੇਪ ਦੇ ਵਿੱਚ, ਕਿਉਂਕਿ ਬੜੀਆਂ ਅਹਿਮ ਹੈ ਅੱਜ ਦੇ ਹਿਸਾਬ ਨਾਲ, ਪਹਿਲਾਂ ਅਸੀਂ 47 ਤੋਂ ਬਾਅਦ ਦੀਆਂ ਕਰਦੇ ਹਾਂ, ਫਿਰ 47 ਤੋਂ ਪਹਿਲੇ ਵੀ ਕੀ ਹੋਇਆ ਉਹ ਵੀ ਬੜਾ ਮਹੱਤਵਪੂਰਨ ਹੈ, ਉਹ ਬਹੁਤ ਸੰਖੇਪ ਵਿੱਚ ਮੈਂ ਕਰਨੀਆਂ ਚਾਹਾਂਗਾ। ਤੇ ਉਹਦੇ ਚ ਇਦਾਂ ਹੈ ਜੀ ਕਿ ਜਦੋਂ 1925 ਚ ਗੁਰਦੁਆਰਾ ਐਕਟ ਬਣਦਾ, ਉਸ ਤੋਂ ਬਾਅਦ ਅੰਗਰੇਜ਼ਾਂ ਨੇ ਤੌਬਾ ਕਰ ਲਈ। ਉਹਨਾਂ ਨੇ 25 ਤੋਂ ਲੈ ਕੇ 47 ਤੱਕ ਕਦੀ ਵੀ ਉਹਨਾਂ ਨੇ ਨਹੀਂ ਕੀਤਾ, ਕੋਈ ਦਖਲ ਨਹੀਂ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ। ਉਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਇੱਕ ਚੀਜ਼ ਹੋਈ, ਪਰ 1947 ਤੋਂ ਬਾਅਦ ਇੱਕਦਮ ਖੁੱਲੇਆਮ ਧਮਕੀਆਂ ਜਿਹੜੀਆਂ ਸਿੱਖ ਕੌਮ ਨੂੰ, ਉਹਨਾਂ ਦੀ ਹਸਤੀ ਦੇ ਉੱਤੇ, ਉਹਨਾਂ ਦੀ ਹੋਂਦ ਦੇ ਉੱਤੇ, ਉਹਨਾਂ ਨੂੰ ਜਰਾਇਮ ਪੇਸ਼ਾ ਕਹਿਣਾ, ਉਹਨਾਂ ਬਾਰੇ ਸਰਕੂਲਰ ਜਾਰੀ ਕਰਨੇ, ਹੋਰ ਸਾਰਾ ਕੁਝ ਕਰਨਾ ਤਾਂ ਕਿ ਸਿੱਧੇ ਅਸਿੱਧੇ ਤਰੀਕੇ ਨਾਲ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕਰਨ ਦੀ। ਔਰ ਉਹ ਜਿਹੜੀ ਚੀਜ਼ ਹੋਈ ਉਹ ਕਵਾਇਦ ਦੇ ਵਿੱਚ 4 ਜੁਲਾਈ 1955 ਬੜਾ ਅਹਿਮ ਦਿਨ ਹੈ। ਭੀਮ ਸਿੰਘ ਸੱਚਰ ਪੰਜਾਬ ਦੇ ਮੁੱਖ ਮੰਤਰੀ ਸਨ, ਔਰ ਮੰਗ ਇਹ ਸੀ ਕਿ ਪੰਜਾਬੀ ਸੂਬਾ ਜ਼ਿੰਦਾਬਾਦ। ਦੇਖੋ ਜਿੰਨੇ ਮੋਰਚੇ ਹੈ ਅਕਾਲ ਤਖਤ ਸਾਹਿਬ ਤੋਂ ਲੱਗਦੇ ਰਹੇ, ਭਾਵੇਂ ਉਹ ਲਾਲ ਕੁੜਤੀ ਮੂਵਮੈਂਟ ਜਿਹੜੀ ਸੀ, ਪਠਾਣਾ ਤੇ ਗੋਲੀ ਚੱਲੀ, ਉੱਥੋਂ ਮੋਰਚਾ ਲੱਗਾ। ਜੇ ਕੋਈ ਕਸੂਰ ਦੇ ਬ੍ਰਾਹਮਣ ਦੀ ਲੜਕੀ ਜਿਹੜੀ ਸੀਗੀ ਉਹ ਉੱਥੇ ਦਾ ਨਵਾਬ ਲੈ ਗਿਆ, ਮੋਰਚਾ ਅਕਾਲ ਤਖਤ ਸਾਹਿਬ ਤੋਂ ਲੱਗਾ। ਹਰ ਮੋਰਚਾ ਅਕਾਲ ਤਖਤ ਸਾਹਿਬ ਤੋਂ ਲੱਗਦਾ ਰਿਹਾ, ਔਰ ਇਹ ਮੰਗ ਸੀ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਦੀ ਮੰਗ ਜਦੋਂ ਨਾਅਰੇ ਮਾਰਦੇ ਸੀ, ਸਰਕਾਰ ਨੇ ਪਾਬੰਦੀ ਲਗਾ ਦਿੱਤੀ। ਯਾਨੀ ਨਾਅਰਾ ਮਾਰਨ ਦੇ ਉੱਤੇ ਵੀ ਪਾਬੰਦੀ, ਮੰਗ ਮੰਨਣੀ ਨਹੀਂ ਮੰਨਣੀ ਵੱਖਰੀ ਗੱਲ ਹੈ। ਉਹਦੇ ਤੇ ਕੀ ਹੋਇਆ ਕਿ ਜਦੋਂ ਇਹਨਾਂ ਨੇ ਪੁਲਿਸ ਭੇਜੀ, ਔਰ ਪੁਲਿਸ ਅਸਲ ਵਿੱਚ ਕਹਿ ਲਓ ਕਿ ਇੱਕ ਕਿਸਮ ਦੀ ਕਵਾਇਦ ਸੀ ਬਲੂ ਸਟਾਰ ਤੋਂ ਪਹਿਲੇ ਦੀ। ਇਹ 2 ਕਵਾਇਦਾਂ ਕੀਤੀਆਂ ਗਈਆਂ। 4 ਜੁਲਾਈ 1955 ਨੂੰ ਪੁਲਿਸ ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਉਹਨਾਂ ਨੇ ਅੰਦਰ ਭੇਜੀ, ਜਿਹੜਾ ਸਰਾਂ ਔਰ ਲੰਗਰ ਦੇ ਵਿਚਕਾਰ ਘੋੜਿਆਂ ਦੇ ਉੱਤੇ ਸਵਾਰ ਪੁਲਿਸ ਸੀ, ਚਾਰੇ ਪਾਸਿਓਂ ਘੇਰ ਲਿਆ। ਔਰ ਇਹ ਤਰੀਕਾ ਗਵਰਨਮੈਂਟ ਨੇ ਅਪਣਾਇਆ ਕਿ ਕਿਸੇ ਕਿਸਮ ਦੀ ਕੋਈ ਰਸਦ ਅੰਦਰ ਨਹੀਂ ਜਾਣ ਦਿੱਤੀ ਜਾਏਗੀ ਤਾਂ ਕਿ ਇਹਨਾਂ ਨੂੰ ਭੁੱਖਿਆਂ ਕਰਕੇ ਉਤੇ ਇਹਨਾਂ ਨੂੰ ਤੰਗ ਕੀਤਾ ਜਾਏ। ਮਗਰ ਉਸ ਵੇਲੇ ਇਤਨਾ ਜੋਸ਼ ਵਧਿਆ ਕਿ ਹਾਲਾਂ ਪੁਲਿਸ ਦਾ ਚਾਰੇ ਪਾਸੇ ਪਹਿਰਾ ਸੀ, ਪਰ ਇਹ ਪਤਾ ਨਹੀਂ ਕਿੱਦਾਂ ਹੋਇਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਲਟੀਆਂ ਤੇ ਹੋਰ ਲੰਗਰ ਤੇ ਉਹ ਸਾਰਾ ਸਮਾਨ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਗਿਆ। ਇਹ ਜਦੋਂ ਸਾਰਾ ਕੁਝ ਜਦੋਂ ਗਵਰਨਮੈਂਟ ਨੇ ਦੇਖਿਆ, ਅਖੀਰ ਭੀਮ ਸਿੰਘ ਸੱਚਰ ਬਿਲਕੁਲ ਸਧਾਰਨ ਕੱਪੜਿਆਂ ਦੇ ਵਿੱਚ, ਔਰ ਇਤਿਹਾਸ ਵਿੱਚ ਇਹ ਵੀ ਆਂਦਾ ਹੈ, ਹੱਥ ਵਿੱਚ ਸਵਾਹ ਦਾ ਠੂਠਾ ਫੜ ਕੇ ਉਹ ਆਇਆ ਅਕਾਲ ਤਖਤ ਸਾਹਿਬ ਦੇ। ਉਹਨੇ ਕਿਹਾ ਕਿ ਮੈਂ ਬਹੁਤ ਵੱਡੀ ਮੇਰੇ ਕੋਲੋਂ ਗਲਤੀ ਹੋਈ ਹੈ। ਉਹਨੇ ਮਾਫੀ ਮੰਗੀ, ਉਹਨੂੰ ਸਮਝ ਆ ਗਈ, ਉਹਨਾਂ ਨੂੰ ਆ ਗਈ, ਪਰ ਫਿਰ ਲੱਗਦਾ ਸ਼ਾਇਦ ਹੁਕਮਰਾਨਾਂ ਨੂੰ ਉਸ ਤੋਂ ਬਾਅਦ ਵੀ ਨਹੀਂ ਆਂਦੀ ਹੈਗੀ। 12 ਜੂਨ 1960 ਫਿਰ ਆਂਦਾ, 12 ਜੂਨ 1960 ਉਹੀ ਮੋਰਚੇ ਦਾ ਚੱਲ ਰਿਹਾ ਤੇ ਦਿੱਲੀ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਹੁਕਮ ਦੇ ਉੱਤੇ ਫਤਿਹਪੁਰੀ ਤੋਂ ਲੈ ਕੇ ਲਾਲ ਕਿਲੇ ਤੱਕ, ਔਰ ਟਾਊਨ ਹਾਲ ਤੋਂ ਲੈ ਕੇ ਤੇ ਦਿੱਲੀ ਸਟੇਸ਼ਨ ਤੱਕ ਇੱਕੋ ਸ਼ਰਤ ਸੀ, ਜਿੱਥੇ ਸਿੱਖ ਦੇਖ ਲਓ ਉਹਨੂੰ ਕੁੱਟੋ। ਕਈ ਸ਼ਹੀਦ ਹੋਏ, ਔਰ ਇਤਨੀ ਬੁਰੀ ਤਰ੍ਹਾਂ ਸਿੱਖਾਂ ਦਾ ਉੱਥੇ ਤੇ ਕਾਂਡ ਕੀਤਾ ਗਿਆ, ਔਰ ਜਿਹਦਾ ਕੋਈ ਪੈਰਲਲ ਨਹੀਂ ਮਿਲਦਾ। ਮੈਂ ਤਾਂ ਇੱਕ ਗੱਲ ਕਹਿਣਾ, ਜੇ 12 ਜੂਨ ਨਾ ਹੁੰਦਾ 6 ਜੂਨ ਨਹੀਂ ਸੀ ਹੋਣਾ।
ਇਹ ਅੱਛਾ, ਪਰ ਸਭ ਤੋਂ ਹੈਰਾਨੀ ਹੈ, ਦਿੱਲੀ ਦੇ ਇੱਕ ਸਿੱਖ ਲੀਡਰ ਨੂੰ ਪੁੱਛਿਆ ਕਿ ਆ 12 ਜੂਨ ਆ ਰਿਹਾ, ਤੁਸੀਂ ਕੀ ਕਰ ਰਹੇ ਹੋ? ਕਹਿੰਦੇ ਜੀ ਉਸ ਦਿਨ ਕੀ ਹੋਇਆ ਸੀਗਾ, ਕੀ ਹੋਇਆ ਸੀਗਾ। ਸੋ ਇਹ ਜਿਹੜਾ ਸਾਡਾ ਅਵੇਸਲਾਪਨ ਹੈ, ਬਿਲਕੁਲ ਅਸੀਂ ਇਤਿਹਾਸ ਨੂੰ, ਤਾਈਓ ਕਹਿੰਦੇ ਆ ਕਿ ਜਦੋਂ ਕੌਮਾਂ ਇਤਿਹਾਸ ਭੁੱਲ ਜਾਂਦੇ ਆ ਤੇ ਉਹ ਇਤਿਹਾਸ ਉਹਨਾਂ ਨੂੰ ਮਸ ਕਰ ਦਿੰਦਾ, ਉਹਨਾਂ ਨੂੰ ਸਮਾਪਤ ਕਰ ਦਿੰਦਾ। ਸੋ ਇਹ ਜਿਹੜੀਆਂ ਘਟਨਾਵਾਂ ਹੋਈਆਂ, ਇਸ ਦੇ ਨਾਲ ਹੀ ਅੱਗੇ ਚਲੋ, ਅਗਰ ਜੇ ਅਸੀਂ ਦੇਖੀਏ 1947 ਤੋਂ ਬਾਅਦ ਕੀ ਹੁੰਦਾ ਹੈਗਾ ਕਿ ਜਦੋਂ ਐਮਰਜੈਂਸੀ ਲੱਗਦੀ ਹੈ ਜੀ, ਐਮਰਜੈਂਸੀ ਲੱਗਣ ਤੋਂ ਪਹਿਲੇ ਦੀ ਵੀ ਗੱਲ ਹੈਗੀ ਹੈ, ਜਦੋਂ ਪੰਜਾਬੀ ਸੂਬਾ ਅਜੇ ਨਹੀਂ ਸੀ ਬਣਿਆ ਜਾਂ ਬਣ ਰਿਹਾ ਸੀਗਾ, ਉਸ ਵੇਲੇ ਅਕਾਲੀ ਸਰਕਾਰ, ਦੇਖੋ ਜਦੋਂ ਇਤਨੀਆਂ ਕੁਰਬਾਨੀਆਂ ਹਰਮੰਦਰ ਸਾਹਿਬ ਲਈ ਹੋਈਆਂ, ਪਲ ਪਲ ਦੇ ਉੱਤੇ ਹੋਈਆਂ, ਅਸੀਂ 2 ਐਪੀਸੋਡ ਵਿੱਚ ਦੇਖਿਆ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਔਰ ਦੇਈ ਜਾ ਰਹੇ ਸੀ ਲਗਾਤਾਰ। ਉਸ ਵੇਲੇ ਝੂਠੇ ਸਹੁੰਆਂ ਚੁੱਕੀਆਂ ਗਈਆਂ, ਮਰਨ ਵਰਤ ਦੀਆਂ ਸਹੁੰਆਂ ਚੁੱਕੀਆਂ ਗਈਆਂ ਔਰ ਉਹ ਉਹਨਾਂ ਦੇ ਵਾਅਦੇ ਤੋੜੇ ਗਏ। ਇਤਨਾ ਕੁਝ ਕਰਕੇ ਫਿਰ ਦੇਖੋ, ਹੱਦ ਹੈ, ਅਕਾਲ ਤਖਤ ਸਾਹਿਬ ਦੇ ਨਾਲ ਹਵਨ ਕੁੰਡ ਬਣਾਏ ਗਏ ਔਰ ਮੈਂ ਖੁਦ ਦੇਖਿਆ, ਉਹਨਾਂ ਹਵਨ ਕੁੰਡਾਂ ਦੇ ਉੱਤੇ ਲਿਖਿਆ ਸੀ, ਇਹਨਾਂ ਪਾਵਨ ਹਵਨ ਕੁੰਡਾਂ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਫਤਿਹ ਸਿੰਘ ਜੀ ਨੇ ਸੜ ਮਰਨਾ ਸੀ। ਦੇਖੋ ਕਿਤਨਾ ਵੱਡਾ ਤੁਸੀਂ ਮਜ਼ਾਕ ਉਡਾ ਰਹੇ ਹੋ ਉਹਨਾਂ ਸ਼ਹੀਦਾਂ ਦੇ ਨਾਲ। ਔਰ ਉਸ ਵੇਲੇ ਜਦੋਂ ਇਹ ਹੋਇਆ, ਕੌਮ ਨੇ ਮੰਗ ਕੀਤੀ ਕਿ ਤੁਸੀਂ ਮਰੇ ਵੀ ਨਹੀਂ, ਤੁਸੀਂ ਸੜੇ ਵੀ ਨਹੀਂ। ਕਪੂਰ ਸਿੰਘ ਨੇ ਕਿਹਾ ਸੀ ਅਸੈਂਬਲੀ, ਕਹਿੰਦੇ ਇਹ ਜਿਹੜੇ ਹੈ ਇਹ ਸੜ ਕੇ ਨਹੀਂ ਮਰਨਗੇ, ਮਰ ਕੇ ਸੜਨਗੇ। ਇਹ ਉਹਨਾਂ ਦੀ ਉਸ ਵੇਲੇ ਟਿੱਪਣੀ ਸੀਗੀ। ਔਰ ਉਸ ਦੇ ਬਾਅਦ ਉਹਨਾਂ ਨੇ ਜਦੋਂ ਐਜੀਟੇਸ਼ਨ ਵਧੀ, ਉਸ ਵੇਲੇ ਅਕਾਲੀ ਸਰਕਾਰ ਵੱਲੋਂ ਕਿਹਾ ਗਿਆ ਹਵਨ ਕੁੰਡਾਂ ਵੱਲ ਕੋ ਆ ਕੇ ਦੇਖੇ, ਉਹਨੂੰ ਪਤਾ ਲੱਗ ਜਾਏਗਾ। ਔਰ ਉਸ ਵੇਲੇ ਜਦੋਂ ਫਿਰ ਜਥੇ ਗਏ, ਉਹਨਾਂ ਨੇ ਅਨਾਉਂਸ ਕਰ ਦਿੱਤਾ, ਅਚਾਨਕ ਅਨਾਉਂਸ ਹੋ ਗਿਆ ਕਿ ਹਵਨ ਕੁੰਡ ਜਿਹੜੇ ਆ ਕੋ ਚੋਰੀ ਹੋ ਗਏ। ਸੋ ਇਹ ਸਾਰਾ ਦੋਨੋਂ ਪਾਸੇ ਸ਼ਹਾਦਤਾਂ ਵੀ ਐਕਸਟ੍ਰੀਮ ਤੇ ਹੈ, ਪਰ ਦੂਜੇ ਪਾਸੇ ਇਹ ਵੀ ਨਾਲੋਂ ਨਾਲ ਚੱਲਦਾ। ਫਿਰ ਦੇਖੋ ਐਮਰਜੈਂਸੀ ਦਾ ਦੌਰ ਆਂਦਾ ਹੈ, ਮੌਜੂਦਾ ਪ੍ਰਧਾਨ ਮੰਤਰੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਅੰਦਰ ਹੈ ਐਮਰਜੈਂਸੀ ਦੇ ਖਿਲਾਫ। ਸਿਰਫ ਸਿੱਖ ਮੋਰਚਾ ਲਾ ਰਹੇ ਹੈ ਅਕਾਲ ਤਖਤ ਸਾਹਿਬ ਤੋਂ, ਸਿਰਫ ਮੋਰਚਾ ਅਕਾਲ ਤਖਤ ਸਾਹਿਬ ਤੋਂ ਸਿੱਖ ਲਗਾ ਰਹੇ ਹੈ, ਇਹ ਸਾਰੇ ਅੰਦਰ ਹੈਗੇ ਆ। ਔਰ ਉਸ ਦੇ ਬਾਅਦ ਇਹ ਜਦੋਂ ਮੋਰਚਾ ਕਾਮਯਾਬ ਹੋ ਜਾਂਦਾ ਹੈ, ਮੋਰਾਰਜੀ ਦੇਸਾਈ ਬਾਰੇ ਕਿਹਾ ਜਾਂਦਾ ਹੈ, ਹਰ ਕੋਈ ਕਹਿੰਦਾ ਹੈ ਕਿ ਇਹ ਜਦੋਂ ਆਉਂਦੇ ਹੈ ਤੇ ਦਰਸ਼ਨੀ ਡਿਓੜੀ ਦੇ ਕਿਵਾੜ ਬਾਰੇ ਕਹਿੰਦੇ ਹੈ ਕਿ ਇਹ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਹੈ, ਤੁਹਾਨੂੰ ਵਾਪਸ ਦੇ ਦੇਣੇ ਚਾਹੀਦੇ ਆ। ਉਸ ਵੇਲੇ ਕਹਿੰਦੇ ਆ ਟੋੜਾ ਸਾਹਿਬ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਲਿਆਂਦੇ ਤੁਸੀਂ ਲੈ ਜਾਓ, ਮਹਾਰਾਜਾ ਰਣਜੀਤ ਸਿੰਘ ਲੈ ਕੇ ਆਇਆ, ਤੁਸੀਂ ਲੈ ਜਾਓ। ਸੋ ਇਹ ਕਹਿਣ ਦੀ ਇਹ ਜਿਹੜੀ ਸੋਚ ਹੈਗੀ ਸੀ। ਔਰ ਉਹਦੇ ਬਾਅਦ ਜਦੋਂ ਫਿਰ ਧਰਮ ਯੁੱਧ ਮੋਰਚਾ ਲੱਗਦਾ, ਉਹਦੇ ਤੇ 1.5 2 ਲੱਖ 2.5 ਲੱਖ ਨੂੰ ਜਦੋਂ ਕਰਾਇਆ ਜਾਂਦਾ ਹੈ, ਸਹੁੰ ਚੁਕਾਈ ਜਾਂਦੀ ਹੈ ਕਿ ਮੈਂ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਪ੍ਰਣ ਕਰਦਾ ਕਿ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਆਪਣੀ ਜਾਨ ਕੁਰਬਾਨ ਕਰ ਦਾਂਗਾ। ਉਹ ਕਿੱਧਰ ਗਏ ਮਰਜੀ ਵੜੇ। ਫਿਰ ਇਤਨਾ ਨਹੀਂ ਹੁੰਦਾ, ਦੇਖੋ ਹਰਮੰਦਰ ਸਾਹਿਬ ਨਿਸ਼ਾਨਾ ਹੈ, ਹਰਮੰਦਰ ਸਾਹਿਬ ਟਾਰਗੇਟ ਹੈ, ਹਰਮੰਦਰ ਸਾਹਿਬ ਹੀ ਮੇਨ ਟਾਰਗੇਟ ਹੈ। ਔਰ ਇੱਕੋ ਘਟਨਾ ਤੋਂ ਸਾਬਤ ਹੋ ਜਾਏਗਾ, 14 ਫਰਵਰੀ 1984 ਦਰਬਾਰ ਸਾਹਿਬ ਦਾ ਮਾਡਲ ਲੱਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਤਾਬ ਹੈ ਟਰੁਥ ਅਬਾਊਟ ਪੰਜਾਬ, ਇਹ ਕਿਤਾਬ ਹੈ ਸ਼੍ਰੋਮਣੀ ਕਮੇਟੀ ਦੀ ਵਾਈਟ ਪੇਪਰ। ਹਾਲਾਂ ਬਹੁਤ ਥੋੜੀ ਗਿਣਤੀ ਛਾਪੀ, 500 ਛਾਪੀ, ਕੀਮਤ ਵੀ ਬਹੁਤ ਜ਼ਿਆਦਾ ਰੱਖੀ ਗਈ, ਅੰਗਰੇਜ਼ੀ ਵਿੱਚ ਛਾਪੀ ਤਾਂ ਕਿ ਆਮ ਬੰਦਾ ਲੈ ਵੀ ਨਾ ਸਕੇ। ਉਹਦੇ ਵਿੱਚ ਇਹ ਲਿਖਿਆ ਕਿ ਇੱਕ ਗਰੁੱਪ, ਉਹਨਾਂ ਦਾ ਨਾਂ ਲਿਖਿਆ, ਉਸ ਗਰੁੱਪ ਦਾ ਨਾਂ ਲਿਖਿਆ, ਲੀਡਰ ਦਾ ਨਾਂ ਲਿਖਿਆ ਕਿ ਉਹ ਗਏ ਹੈ, ਉਹਨਾਂ ਨੇ ਸਟੇਸ਼ਨ ਤੇ ਜਾ ਕੇ ਹਰਮੰਦਰ ਸਾਹਿਬ ਦਾ ਮਾਡਲ ਤੋੜਿਆ। ਗੁਰੂ ਰਾਮਦਾਸ ਜੀ ਦੀ ਤਸਵੀਰ ਨੂੰ ਥੱਲੇ ਸੁੱਟ ਕੇ ਉਹਦੇ ਉੱਤੇ ਸਿਗਰਟ ਦੇ ਬੱਟ ਲਗਾਏ ਔਰ ਉਹਦੇ ਤੇ ਲਫ਼ਜ਼ ਲਿਖੇ ਜਿਹੜੇ ਮੈਂ ਬੋਲ ਵੀ ਨਹੀਂ ਸਕਦਾ, ਜੋ ਉੱਥੇ ਉਹਨਾਂ ਨੇ ਕੀਤਾ ਹੈਗਾ। ਸੋ ਇਹ ਸਾਰਾ, ਔਰ ਜਦੋਂ ਫਿਰ ਹਮਲਾ ਹੋ ਜਾਂਦਾ, ਦਰਬਾਰ ਸਾਹਿਬ ਦੇ ਉੱਤੇ ਅਟੈਕ ਹੁੰਦਾ, ਇੱਕ ਚੀਜ਼ ਦੇਖੋ, ਟੋੜਾ ਸਾਹਿਬ ਵੱਲੋਂ 1000 ਕਰੋੜ ਦਾ ਮੁਕੱਦਮਾ ਕੀਤਾ ਜਾਂਦਾ ਹਰਜਾਨੇ ਦਾ ਦਰਬਾਰ ਸਾਹਿਬ ਦੇ। ਅੱਛਾ, ਉਹ ਜਿਹੜਾ ਖਰਜਾਨੇ ਦਾ ਕੀਮਤ ਪੈਸੇ ਦੀ ਨਹੀਂ ਹੈ, ਪੈਸੇ ਦੀ ਕੋਈ ਕੀਮਤ ਨਹੀਂ ਹੈ, ਪਰ ਉਹ ਮੁਕੱਦਮਾ ਇਸ ਲਈ ਬਹੁਤ ਅਹਿਮ ਹੈ, ਬਹੁਤ ਇੰਪੋਰਟੈਂਟ ਹੈਗਾ ਕਿ ਉਹਦੇ ਵਿੱਚ ਸਾਰੇ ਹਾਲਾਤ ਲਿਖੇ ਟੋੜਾ ਸਾਹਿਬ ਨੇ, ਹਲਫੀਆ ਬਿਆਨ ਦਿੱਤੇ ਹੈ ਕਿ ਕਿਉਂ ਇੰਦਰਾ ਗਾਂਧੀ ਨੇ ਹਮਲਾ ਕੀਤਾ, ਕਿਉਂ ਇੰਦਰਾ ਗਾਂਧੀ ਖਿਲਾਫ ਸੀ ਸਿੱਖਾਂ ਦੇ। ਔਰ ਉਹਦੇ ਇੱਕ ਕਾਰਨ ਪ੍ਰਤੱਖ ਤੌਰ ਤੇ ਲਿਖਦੇ ਆ, ਇੰਦਰਾ ਗਾਂਧੀ ਦਾ ਕਹਿਣਾ ਸੀ ਤੁਸੀਂ ਅਕਾਲ ਤਖਤ ਤੋਂ ਮੋਰਚੇ ਲਗਾਉਂਦੇ ਹੋ। ਇਹ ਕਾਰਨ ਹੈ, ਅਕਾਲ ਤਖਤ ਸਾਹਿਬ ਤੋਂ ਮੋਰਚਾ ਸ਼ੁਰੂ ਤੋਂ ਲੱਗਦਾ ਰਿਹਾ,
ਅੰਗਰੇਜ਼ਾਂ ਵੇਲੇ ਲੱਗਦਾ ਰਿਹਾ। 84 ਤੋਂ ਬਾਅਦ ਨਹੀਂ ਲੱਗਿਆ, 84 ਤੋਂ 84 ਬਾਅਦ ਸਰਕਾਰ ਕਾਮਯਾਬ ਹੈ। 84 ਤੋਂ ਬਾਅਦ ਦੂਜਿਆਂ ਲਈ ਤੇ ਕੀ, ਆਪਣੇ ਲਈ ਹਾਂ ਨਿੱਜੀ ਮੰਗਾਂ ਜਿਹੜੀਆਂ ਉਹ ਹੋ ਸਕਦੀਆਂ, ਹੋਰ ਚੀਜ਼ਾਂ ਹੋ ਸਕਦੀਆਂ। ਅੱਛਾ, ਸਭ ਤੋਂ ਵੱਡੀ ਗੱਲ ਹੈ ਉਹ ਜਿਹੜਾ 1000 ਕਰੋੜ ਦਾ ਜਿਹੜਾ ਮੁਕੱਦਮਾ ਸੀ, ਜਿਹੜੇ ਵਕੀਲ ਸਨ, ਮੇਰੇ ਮਿੱਤਰ ਹੈਗੇ ਸਨ, ਉਹ ਹਰ ਤਰੀਕ ਦੇ ਉੱਤੇ ਕੇਵਲ ਇੱਕ ਕੰਮ ਹੁੰਦਾ ਸੀ ਕਿ ਜਾ ਕੇ ਇੱਕ ਤਰੀਕ ਲੈ ਲਓ ਔਰ ਉਹਦਾ ਲੱਖਾਂ ਰੁਪਏ ਦਾ ਬਿੱਲ ਬਣਦਾ। ਕਿੰਨੇ ਸਾਲ ਦਹਾਕੇ ਜਿਹੜੇ ਆ ਤਰੀਕਾਂ ਲੈਂਦੇ ਨੇ। ਜੇ ਤੁਸੀਂ ਹਰਜਾਨੇ ਦਾ ਦਾਅਵਾ ਕਰ ਰਹੇ ਹੋ ਤੇ ਉਹਦੀ ਕੋਰਟ ਫੀਸ ਜਮ੍ਹਾਂ ਕਰਨੀ ਆਉਂਦੀ ਹੈ। ਤੁਸੀਂ ਤਰਾਸਦੀ ਦੇਖੋ, ਟ੍ਰੈਜਡੀ, ਉਹਦੇ ਬਾਅਦ ਸ਼੍ਰੋਮਣੀ ਕਮੇਟੀ ਨੇ ਲਿਖ ਕੇ ਦੇ ਦਿੱਤਾ ਜੀ ਅਸੀਂ ਪੌਪਰ ਹੈਗੇ ਆ, ਸਾਡੇ ਕੋਲ ਤੇ ਪੈਸਾ ਕੋਈ ਨਹੀਂਗਾ, ਸਾਡੇ ਕੋਲ ਕੋਈ ਹੈ ਨਹੀਂ, ਸਾਡਾ ਖਾਲੀ ਹੈ ਖਜ਼ਾਨਾ। ਜੱਜ ਨੇ ਕਿਹਾ ਤੁਸੀਂ ਆਪਣੀ ਲੈ ਕੇ ਆਓ, ਅਕਾਊਂਟ ਸ਼ੀਟ ਲੈ ਕੇ ਆਓ, ਕੈਸ਼ਬੁੱਕ ਲੈ ਕੇ ਆਓ, ਉਹਦੇ ਵਿੱਚ ਲੱਖਾਂ ਰੁਪਏ ਪਏ ਸੀਗੇ। ਫਿਰ ਇਹਨਾਂ ਨੂੰ ਮਜਬੂਰਨ ਕਰਨਾ ਪਿਆ ਕਿ ਉਹ ਜਿਹੜਾ ਹੈਗਾ ਤੁਸੀਂ ਕੋਰਟ ਫੀਸ ਜਮ੍ਹਾਂ ਕਰਨੀ ਪਈ। ਹੁਣ ਜਦੋਂ ਕੋਰਟ ਫੀਸ ਜਮ੍ਹਾਂ ਕੀਤੀ, ਹੁਣ ਸੁਣਨ ਵਿੱਚ ਆ ਰਿਹਾ ਕਿ ਜੀ ਮੈਨੂੰ ਨਹੀਂ ਪਤਾ ਕਿ ਉਸ ਕੇਸ ਦਾ ਕੀ ਬਣਿਆ, ਕਿ ਉਹਨੂੰ ਕੇਸ ਨੂੰ ਆਊਟ ਆਫ ਕੋਰਟ ਸੈਟਲ ਕਰ ਲਿਆ ਜਾਏ। ਗੱਲ ਕੇਸ ਦੀ ਨਹੀਂ ਹੈ, ਪੈਸੇ ਦੀ ਨਹੀਂ ਹੈਗੀ। ਕਈ ਵਾਰੀ ਤੁਸੀਂ ਦੇਖੋਗੇ ਅਸੂਲਨ ਜਿਹੜਾ 1 ਰੁਪਏ ਦੇ ਉੱਤੇ ਵੀ ਕੇਸ ਕੀਤਾ ਜਾਂਦਾ ਔਰ ਚੱਲਦਾ। ਇਹ ਕੇਸ ਚੱਲਦਾ ਕਿਉਂਕਿ ਅਸੂਲ ਇਨਵੋਲਵਡ ਹੁੰਦਾ। ਹੁਣ ਉਹਦੇ ਤੇ ਕੇਸ ਇਹ ਹੈ ਕਿ ਕੀ ਸਰਕਾਰ ਦਾ ਹਰਮੰਦਰ ਸਾਹਿਬ ਤੇ ਅਟੈਕ ਕਰਨਾ, ਹਮਲਾ ਕਰਨਾ, ਉੱਥੇ ਜੋ ਜੋ ਕੀਤਾ ਗਿਆ, ਜਿਸ ਢੰਗ ਨਾਲ ਕੀਤਾ ਜਾਇਜ਼ ਹੈ, ਉਹ ਮੁਕੱਦਮਾ ਹੈ। ਉਹਨੂੰ ਆਊਟ ਆਫ ਕੋਰਟ ਸੈਟਲ ਕਰਕੇ ਕੀ ਕਰੋਗੇ? ਜੇ ਅਗਰ ਉਸ ਵੇਲੇ 1985-86 ਚ 1000 ਕਰੋੜ ਸੀ, ਉਹਦੀ ਅੱਜ ਕਿੰਨੀ ਵੈਲਿਊ ਹੈ? ਬਿਲਕੁਲ। ਤੁਸੀਂ ਕੀ ਉਹਦੀ ਨੋਸ਼ਨਲ ਕਰਕੇ ਕੀ ਲੈ ਲਓਗੇ? ਇਹਦਾ ਮਤਲਬ ਹੈਗਾ ਕਿ ਇਹ ਸਾਰੀਆਂ ਚੀਜ਼ਾਂ। ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ, ਦੇਖੋ ਮੈਂ ਪਿੱਛੇ ਬਰਲਿਨ ਗਿਆ, ਰੰਧਾਵਾ ਸਾਹਿਬ, ਮੈਂ ਉੱਥੇ ਦੇਖਿਆ ਇੰਨੇ ਛੋਟੇ ਛੋਟੇ ਟੁਕੜੇ ਜਿਹੜੇ ਆ ਨਾ ਬਰਲਿਨ ਦੀ ਦੀਵਾਰ ਦੇ, ਸਧਾਰਨ ਦੀਵਾਰ ਹੈ, ਉਹ ਟੁਕੜੇ $30 40 ਪਾਉਂਡ 50 ਪਾਉਂਡ ਦੇ ਵਿਕਦੇ ਆ। ਸ੍ਰੀ ਅਕਾਲ ਤਖਤ ਸਾਹਿਬ, ਉਹ ਜਿਹਨੂੰ ਗੁਰੂ ਸਾਹਿਬ ਦੇ ਹੱਥ ਲੱਗੇ ਆ, ਉਹ ਜਦੋਂ ਢਾਹ ਦਿੱਤਾ, ਢਹਿ ਗਿਆ, ਸਭ ਕੁਝ ਹੋ ਗਿਆ, ਉਹ ਸਾਰਾ ਕੁਝ, ਉਹ ਜਿਹੜਾ ਸਾਰਾ ਟੁਕੜੇ ਹੈ ਉਹ ਕਿੱਥੇ ਹੈ? ਮਲਬੇ ਦੇ ਆਖਰ ਅੰਮ੍ਰਿਤਸਰੀ। ਇਹਦਾ ਮਤਲਬ ਇਹ ਹੈਗਾ ਕਿ ਉਹ ਸਾਡੇ ਤੋਂ ਬਹੁਤੇ ਦੂਰ ਨਹੀਂ ਗਏ। ਕਿਉਂ ਨਹੀਂ? ਜਿਹੜੀਆਂ ਹੋਰ ਅਸੀਂ ਗੱਲਾਂ ਕਰਦੇ ਆ ਜੀ, ਅਸੀਂ ਕਮਿਸ਼ਨ ਬਣਾਵਾਂਗੇ, ਇਹ ਕਰਾਂਗੇ, ਉਹਨੂੰ ਕਿਉਂ ਨਹੀਂ ਲੱਭਦੇ? ਇੱਕ ਇੱਕ ਟੁਕੜਾ ਜਿਹੜਾ ਉਹਦੀ ਕੀਮਤ ਸੋਨੇ ਤੋਂ ਵੱਧ ਹੋਏਗੀ। ਕਿਉਂ ਨਹੀਂ ਕਰਦੇ? ਉਹ ਟੁਕੜੇ ਛੋਟੇ ਲੈ ਕੇ ਲੈਮੀਨੇਟ ਕਰਾ ਕੇ ਸੰਸਾਰ ਭਰਦੇ ਹਰ ਗੁਰਦੁਆਰੇ 'ਚ ਇੱਕ ਭੇਜ ਦਿੱਤਾ ਜਾਏ ਜਿਹੜਾ ਲੈਣਾ ਚਾਹੁੰਦਾ, ਤਾਂ ਕਿ ਉਹ ਇੱਕ ਜਿਹੜੀ ਬੜੀ ਵੱਡੀ ਹੈਗੀ ਹੈ। ਪਰ ਇਹ ਸ਼ਾਇਦ ਪਤਾ ਨਹੀਂ ਕੀ ਹੋਏਗਾ ਕਿ ਨਹੀਂ ਹੋਏਗਾ। ਇੱਥੇ ਨਹੀਂ ਰੁਕਦੀ। ਦੋ ਪਹਿਲੂ ਹਾਂ ਜੀ ਗੱਲ ਕਰ ਲਓ। ਇੱਕ ਸੈਕਿੰਡ ਬੜੀ ਛੋਟੀ ਜੀ। ਇਤਨਾ ਕੁਝ ਹੋਣ ਦੇ ਬਾਵਜੂਦ, ਇੰਨਾ ਕੁਝ ਹੋਣ ਦੇ ਬਾਵਜੂਦ, ਸਾਰਾ ਕੁਝ ਹੋ ਗਿਆ, ਠੀਕ ਹੈ, ਜੋ ਕੁਝ ਕੀਤਾ ਉਹਦਾ ਕੋਈ ਬਦਲ ਨਹੀਂ ਹੋ ਸਕਦਾ, ਉਹਦਾ ਕੋਈ ਮਾਫੀ ਨਹੀਂ, ਕੁਝ ਨਹੀਂ। ਪਰ ਦੇਖੋ 19 ਜਨਵਰੀ 1986 ਹਾਲੇ ਵੀ ਅਕਾਲ ਤਖਤ ਸਾਹਿਬ ਦਾ ਜਿੱਥੇ ਆਰਜ਼ੀ ਦਫ਼ਤਰ ਹੁੰਦਾ ਸੀਗਾ, 2 ਨਿਸ਼ਾਨ ਸਾਹਿਬ ਦੇ ਵਿਚਕਾਰ ਉਹ ਗੋਲੀਆਂ ਦੇ ਨਿਸ਼ਾਨ ਲੱਗੇ ਹੈ ਜਿਹੜੇ ਅਕਾਲੀ ਸਰਕਾਰ ਵੇਲੇ ਮਾਰੀਆਂ ਗਈਆਂ, ਉਹ ਵੀ ਹੈਗੀਆਂ। ਔਰ ਫਿਰ ਸਭ ਤੋਂ ਵੱਡੀ ਗੱਲ, ਜਦੋਂ ਬਰਨਾਲਾ ਸਾਹਿਬ ਨੂੰ ਬੁਲਾ ਕੇ ਖੰਬੇ ਨਾਲ ਬੰਨ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ, ਤੁਸੀਂ ਰੰਧਾਵਾ ਸਾਹਿਬ ਉਹ ਜ਼ਰਾ ਹੁਕਮਨਾਮਾ ਪੜੋ, ਉਹਦੇ 'ਚ ਇਹ ਨਹੀਂ ਲਿਖਿਆ ਕਿ ਤੁਸੀਂ ਹਰਮੰਦਰ ਸਾਹਿਬ ਵਿੱਚ ਪੁਲਿਸ ਭੇਜੀ ਹੈ, ਉਹਦੇ 'ਚ ਲਿਖਿਆ ਕਿ ਤੁਸੀਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਇਸਤੀਫਾ ਕਿਉਂ ਨਹੀਂ ਦਿੱਤਾ। ਇਹਦਾ ਮਤਲਬ ਹੈ ਕੋਈ ਕਿਸੇ ਦਾ ਰਿਵਾਲਵਰ ਚੁੱਕ ਕੇ ਕਿਸੇ ਦਾ ਕਤਲ ਕਰ ਦੇਵੇ, ਕਤਲ ਦਾ ਕੇਸ ਨਹੀਂ ਚੱਲੇਗਾ, ਉਹਦੇ ਤੇ ਹੋਏਗਾ ਤੂੰ ਬਗੈਰ ਇਜਾਜ਼ਤ ਦੇ ਤੂੰ ਉਸਨੂੰ ਉਹਦਾ ਰਿਵਾਲਵਰ ਕਿਉਂ ਲੈ ਗਿਆ। ਸੋ ਮੈਂ ਇਹ ਨਹੀਂ ਕਹਿੰਦਾ, ਮੈਂ ਉਹਨਾਂ ਨੇ ਜੋ ਕਰਨਾ ਉਹਦਾ ਜਵਾਬ ਦਿੱਤਾ ਔਰ ਦੇਣਾ ਪਏਗਾ। ਪਰ ਇੱਕ ਗੱਲ ਕਹਿਣੀ ਬਣਦੀ ਹੈ, ਅੱਜ ਕਹਿਣੀ ਬਣਦੀ ਹੈਗੀ ਹੈ ਕਿ ਜਿਹੜੀਆਂ ਵਿਰਾਸਤ, ਪਰੰਪਰਾਵਾਂ, ਮਰਿਆਦਾ, ਇਤਿਹਾਸਕ ਯਾਦਗਾਰਾਂ ਅਸੀਂ ਨਹੀਂ ਸਾਂਭ ਸਕੇ, ਬੜੀ ਤੇਜ਼ੀ ਨਾਲ ਜਿਹੜੀਆਂ ਬਚੀਆਂ ਉਹਨੂੰ ਖੁਰਦ-ਬੁਰਦ ਕਰੀ ਜਾ ਰਹੇ ਹਾਂ, ਪਰੰਪਰਾਵਾਂ ਵੀ, ਸਭ ਕੁਝ ਵੀ। ਤੇ ਮੈਨੂੰ ਇੱਕ ਸ਼ੇਰ ਯਾਦ ਆਉਂਦਾ, ਕਿਸੇ ਨੇ ਬਹੁਤ ਪਹਿਲੇ ਕਿਹਾ ਸੀ कि तू इधर उधर की बात ना कर, ये बता के काफिला लौटा क्यों, हमें राहज़नी का गम नहीं, तेरी रहबरी का सवाल है। बिल्कुल और ये सच है कि शायद जिवें तुसीं कहा श्री अकाल तख्त साहब तो ਜਿਹੜਾ ਵੀ ਮਲਬਾ ਲੋਕਾਂ ਲਈ ਹੋ ਸਕਦਾ, ਲੇਕਿਨ ਸਿੱਖ ਦੇ ਅੰਦਰ ਤੱਕ ਵਸਦੀਆਂ ਗੱਲਾਂ ਨੇ। ਉਹ ਜੇਕਰ ਫੈਸਲੇ ਨਹੀਂ ਹੋਏ, ਸਾਰੇ ਪ੍ਰਬੰਧ ਜਿਹੜੇ ਸਾਡੇ ਕੋਲ ਸੀ, ਸਾਡੇ ਆਪਣਿਆਂ ਕੋਲ ਸੀ, ਜੇ ਉਹਨਾਂ ਨੇ ਬਹੁਤ ਢੁਕਵੇਂ ਫੈਸਲੇ ਨਹੀਂ ਕੀਤੇ ਤਾਂ ਕਿਤੇ ਇਹ ਵੀ ਫਿਕਰ ਹੋਣਗੇ ਕਿ ਜਦੋਂ ਦੁਸ਼ਮਣ ਦਾ ਜ਼ਿਕਰ ਆਊਗਾ ਉਦੋਂ ਸਾਡਾ ਵੀ ਜ਼ਿਕਰ ਆਊਗਾ।
ਸਾਡੇ ਕੀਤੇ ਹੋਏ ਫੈਸਲਿਆਂ ਦਾ ਜ਼ਿਕਰ ਆਊਗਾ, ਸਮੇਂ-ਸਮੇਂ ਤੇ ਪੇਸ਼ਬੰਦੀਆਂ ਨਾ ਕਰਨ ਦਾ ਜ਼ਿਕਰ ਆਊਗਾ। ਮੈਨੂੰ ਇੰਝ ਲੱਗਦਾ ਕਿ ਅਜੇ ਵੀ ਅਸੀਂ ਸਮਾਂ ਟਪਾ ਰਹੇ ਹਾਂ, ਪਾਸਿਓਂ ਦੀ ਲੰਘ ਕੇ ਜ਼ਿੰਮੇਵਾਰੀ ਫਿਕਸ ਕਰਨ ਤੋਂ ਡਰਦੇ ਹਾਂ। ਅਜੇ ਵੀ ਅਸੀਂ ਨਿਰਪੱਖ ਮੁਲਾਂਕਣ ਤੇ ਇਨਵੈਸਟੀਗੇਸ਼ਨ 'ਚ ਯਕੀਨ ਨਹੀਂ ਕਰਦੇ। ਅਜੇ ਵੀ ਜੇ ਕੋਈ ਸਾਡੇ ਆਪਣਿਆਂ ਨੇ ਗਲਤੀਆਂ ਕੀਤੀਆਂ ਉਧਰੋਂ ਅੱਖਾਂ ਮੀਟ ਕੇ ਬੈਠੇ ਹਾਂ, ਤਾਈਓ ਅਸੀਂ ਭਵਿੱਖ ਲਈ ਕੋਈ ਬਹੁਤੇ ਜ਼ਿਆਦਾ ਪ੍ਰਬੰਧ ਨਹੀਂ ਕਰ ਪਾ ਰਹੇ। ਦੁਬਾਰਾ ਕਦੇ ਵੀ ਕੁਝ ਵੀ ਵਾਪਰ ਸਕਦਾ ਹੈ ਕਿਉਂਕਿ ਅਸੀਂ ਸੁਚੇਤ ਨਹੀਂ ਹੋਏ। ਲਾਂਬਾ ਸਾਹਿਬ ਕਾਫੀ ਅੱਗੇ ਆ ਗਏ ਆ। ਜੇ ਕੋਈ ਇੱਕ ਅੱਧ ਤੁਹਾਨੂੰ ਗੱਲ ਕਹਿਣੀ ਹੈ ਤਾਂ ਜ਼ਰੂਰ ਕਹੋ, ਅਦਰਵਾਈਜ਼ ਜੀ ਮੈਂ ਤੁਹਾਡੇ ਕੋਲੋਂ ਅੱਜ ਬੇਨਤੀ ਕਰਕੇ ਇਜਾਜ਼ਤ ਲਵਾਂਗਾ। ਕੁਝ ਘਟਨਾਵਾਂ ਇਹ ਅਸੀਂ ਪੋਸਟ ਪਾਰਟੀਸ਼ਨ ਕੀਤੀਆਂ। ਇਤਿਹਾਸ ਬੜਾ ਮਹੱਤਵਪੂਰਨ ਹੈ ਆਉਣ ਵਾਲੀ, ਔਰ ਇਹ ਤੁਹਾਡੀ ਬੜੀ ਵੱਡੀ ਦੇਣ ਹੈ ਕਿ ਆਮ ਜਿਹੜੇ ਨਵੀਂ ਜਨਰੇਸ਼ਨ ਨੂੰ ਪਤਾ ਹੋਣਾ ਚਾਹੀਦਾ ਹੈ। ਜਿਹੜੇ ਆਮ ਲੋਕਾਂ ਨਾਲ ਗੱਲ ਹੁੰਦੀ ਕਹਿੰਦੇ ਸਾਨੂੰ ਨਹੀਂ ਪਤਾ। ਜਦੋਂ ਕਸੂਰ ਦੇ ਬ੍ਰਾਹਮਣ ਦੀ ਲੜਕੀ ਨੂੰ ਜਦੋਂ ਲੈ ਗਿਆ ਉੱਥੇ ਦਾ ਜਿਹੜਾ ਨਵਾਬ ਸੀਗਾ, ਅਕਾਲ ਤਖਤ ਸਾਹਿਬ ਤੋਂ ਜਥਾ ਗਿਆ, ਕਈ ਸਿੰਘਾਂ ਦੀ ਸ਼ਹਾਦਤ ਹੋਈ ਹੈ। ਔਰ ਉਹ ਜਿਹੜਾ ਅਕਾਲ ਤਖਤ ਸਾਹਿਬ ਦੇ ਬਾਹਰ ਇਮਲੀ ਦਾ ਦਰਖਤ ਹੈ, ਇਤਿਹਾਸਕ ਹੈਗਾ, ਉਸ ਦਰਖਤ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬੰਨਿਆ ਗਿਆ, ਸਜ਼ਾ ਦਿੱਤੀ ਗਈ ਉਸ ਇਤਿਹਾਸਕ ਸਥਾਨ ਤੇ। ਮਹਾਰਾਜਾ ਵੀ ਆਪਣੇ ਆਪ ਨੂੰ ਜ਼ੇਰ ਕਰਦਾ ਹੈ ਅਕਾਲ ਤਖਤ ਦੇ। ਮਹਾਰਾਜਾ ਰਣਜੀਤ ਸਿੰਘ ਨੂੰ 2 ਵਾਰ ਸਜ਼ਾ ਮਿਲੀ ਹੈ। ਇੱਕ ਵਾਰ ਮਿਲੀ ਹੈ ਜਦੋਂ ਉਹ ਮੋਰਾਂ ਦੇ ਨਾਲ ਹਾਥੀ ਤੇ ਬੈਠ ਕੇ ਜਦੋਂ ਗਿਆ, ਦੂਜੀ ਵਾਰ ਮਿਲਦੀ ਹੈ ਹਰਮੰਦਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਾ ਸ਼ਹਿਜ਼ਾਦਾ ਸ਼ੇਰ ਸਿੰਘ ਦਾ ਜਦੋਂ ਆਨੰਦ ਕਾਰਜ ਹੁੰਦਾ ਹੈ ਤੇ ਨਵਾਬ ਹੈਦਰਾਬਾਦ ਇੱਕ ਚਾਨਣੀ ਦਿੰਦਾ। ਉਹ ਜਦੋਂ ਚਾਨਣੀ ਲੱਗਦੀ ਹੈ, ਮਹਾਰਾਜਾ ਜਦੋਂ ਅੰਦਰ ਆਉਂਦੇ ਹੈ ਤੇ ਦੇਖਦੇ ਆ ਉੱਤੇ ਤੇ ਇੱਕਦਮ ਵਾਪਸ ਚਲੇ ਜਾਂਦੇ ਆ, ਕਹਿੰਦੇ ਕਿ ਇਹ ਚਾਨਣੀ ਦਰਬਾਰ ਸਾਹਿਬ ਭੇਜ ਦਿਓ। ਦੇਖੋ ਉੱਥੇ ਦੇ ਗ੍ਰੰਥੀ, ਉੱਥੇ ਦੇ ਸੇਵਾਦਾਰ, ਉੱਥੇ ਦੇ ਜਿਹੜੇ ਪੁਜਾਰੀ, ਉਹਨਾਂ ਦੀ ਹਿੰਮਤ ਹੈ। ਉਹ ਜਦੋਂ ਮਹਾਰਾਜੇ ਦੀ ਚਾਨਣੀ ਆਉਂਦੀ ਹੈ ਉਹ ਕਹਿੰਦੇ ਮਹਾਰਾਜੇ ਨੂੰ ਤੂੰ ਪੇਸ਼ ਹੋ ਜਾ, ਤੂੰ ਇਸਤੇਮਾਲ ਕੀਤੀ ਚੀਜ਼ ਕਿੱਦਾਂ ਹਰਮੰਦਰ ਸਾਹਿਬ ਹੀ ਦੇ ਦਿੱਤੀ, ਤੈਨੂੰ ਸਜ਼ਾ ਮਿਲੇਗੀ। ਔਰ ਇਤਿਹਾਸ ਹੈ ਮਹਾਰਾਜਾ ਰਣਜੀਤ ਸਿੰਘ ਨੂੰ 2 ਵਾਰ ਸਜ਼ਾ ਮਿਲੀ ਹੈ, ਇੱਕ ਵਾਰ ਅਕਾਲ ਤਖਤ ਤੇ, ਇੱਕ ਵਾਰ ਹਰਮੰਦਰ ਸਾਹਿਬ ਵੱਲੋਂ। ਇਤਨਾ ਨਹੀਂ, ਫਿਰ ਦੇਖੋ ਜਦੋਂ 1848 ਦੇ ਵਿੱਚ ਈਸਟ ਇੰਡੀਆ ਕੰਪਨੀ, ਅਜੇ ਸਿੱਖਾਂ ਦਾ ਰਾਜ ਉਧਰ ਸੀਗਾ, ਇਸ ਪਾਸੇ ਈਸਟ ਇੰਡੀਆ ਕੰਪਨੀ ਬ੍ਰਿਟਿਸ਼ ਗਵਰਨਮੈਂਟ ਸੀਗੀ। ਉਸ ਵੇਲੇ ਇੱਕ ਟੁਕੜੀ ਫੌਜੀਆਂ ਦੀ ਜਿਹੜੀ ਸੀ ਦਰਬਾਰ ਸਾਹਿਬ ਵਿੱਚ ਪਰਕਰਮਾਂ ਦੇ ਵਿੱਚ ਜੁੱਤੀਆਂ ਸਮੇਤ ਆ ਗਈ, ਬੂਟਾਂ ਸਣੇ ਆ ਗਏ। ਉੱਥੇ ਜਿਹੜੇ ਸਿੰਘ ਸਨ, ਅਕਾਲੀ ਉਹਨਾਂ ਨੂੰ ਕਹਿੰਦੇ, ਨਿਹੰਗ ਸਿੰਘ ਸਨ, ਉਹਨਾਂ ਨੇ ਉਹਨਾਂ ਨੂੰ ਰੋਕਿਆ, ਝੜਪ ਹੋਈ, ਇੱਕ ਉਹਨਾਂ ਦਾ ਸੂਬੇਦਾਰ ਮਾਰਿਆ ਗਿਆ, ਕਮਾਂਡੈਂਟ ਜ਼ਖਮੀ ਹੋਇਆ, ਕਈ ਹੋਰ ਜ਼ਖਮੀ ਹੋਏ। ਉਹਦੇ ਤੇ ਫਿਰ 3 ਸਿੱਖਾਂ ਨੂੰ, ਗੰਡਾ ਸਿੰਘ ਤੇ ਉਹਦੇ ਸਾਥੀਆਂ ਨੂੰ ਫਾਂਸੀ ਹੋਈ। ਬਾਕੀ ਜਿਹੜੇ 6 ਸਨ ਉਹਨਾਂ ਨੂੰ ਜਿਹੜੀ ਹੈ ਉਹ ਡੰਡੇ ਬੇੜੀਆਂ ਨਾਲ 7 ਸਾਲ ਦੀ ਕੈਦ ਹੋਈ ਸੀ। ਅੱਗੇ ਫਿਰ ਆ ਜਾਂਦੇ ਆ, ਮੈਂ ਜ਼ਿਕਰ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ, ਉਸ ਵੇਲੇ 13 ਗੇਟ ਸਨ ਹਰਮੰਦਰ ਅੰਮ੍ਰਿਤਸਰ ਸਾਹਿਬ ਦੇ। ਅਸਲ ਵਿੱਚ 12 ਸੀਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਏ। 13ਵਾਂ ਗੇਟ ਜਿਹੜਾ ਸੀ ਉਹ ਬਣਵਾਇਆ ਸੀਗਾ ਅੰਗਰੇਜ਼ਾਂ ਨੇ। ਕਮਿਸ਼ਨਰ ਸੀਗਾ ਹਾਲ, CH ਹਾਲ, ਉਹਨੇ ਬਣਾਇਆ ਸੀਗਾ। ਫਿਰ ਦੇਖੋ ਤੁਸੀਂ 31 ਦਸੰਬਰ 1925 ਨੂੰ ਹਾਜੀ ਮੁਹੰਮਦ ਮਸਕੀਨ ਅਰਬ ਤੋਂ ਆਏ ਹੈ, 14 ਸੇਰ ਚੰਦਨ ਲੈ ਕੇ ਉਹਦੇ ਚੋਂ 1,14,000 ਤਾਰਾਂ ਕੱਢ ਕੇ ਉਹਨਾਂ ਨੇ ਚੌਰ ਜਿਹੜਾ ਸੀ ਉਹ ਹਰਮੰਦਰ ਸਾਹਿਬ ਵਿੱਚ ਭੇਟ ਕੀਤਾ। ਰਾਗੀ ਹੀਰਾ ਸਿੰਘ ਜੀ ਉਹਨੂੰ ਲੈ ਕੇ ਆਏ ਸੀਗੇ। ਤਾਂ ਇਹ ਜਿਹੜਾ ਸਾਰਾ ਇਤਨਾ ਕੁਝ ਜਿਹੜਾ ਇਹਦੇ ਦੁਆਲੇ ਹੁੰਦਾ ਰਿਹਾ, ਸਿਰਫ ਇਸ ਕਰਕੇ ਇਹ ਦੱਸਦਾ ਹੈ ਕਿ ਹਰਮੰਦਰ ਸਾਹਿਬ ਦੀ ਅਜ਼ਮਤ ਕੀ ਹੈਗੀ ਹੈ, ਉਹਦੀ ਇੱਜ਼ਤ ਕੀ ਹੈ, ਸਿੱਖਾਂ ਦੇ ਮਨ ਵਿੱਚ ਇਹਦੇ ਬਾਰੇ ਕੀ ਕਹਿਣਾ ਹੈਗਾ। ਜੀ ਬਹੁਤ ਮਿਹਰਬਾਨੀ ਲਾਂਬਾ ਸਾਹਿਬ। ਔਰ ਸਾਨੂੰ ਸੁਚੇਤ ਹੋਣਾ ਪਊਗਾ, ਹਾਲਾਂਕਿ ਮੈਂ ਤਾਂ ਹੈਸੀਅਤ ਵੀ ਨਹੀਂ ਰੱਖਦਾ ਕਿਉਂਕਿ ਸਿੱਖੀ ਬਹੁਤ ਉੱਚੀ ਹੈ ਔਰ ਸਾਡੇ ਕਿਰਦਾਰ ਬਹੁਤ ਨੀਵੇਂ ਆ, ਲੇਕਿਨ ਸੱਚ ਤਾਂ ਇਹ ਹੈ ਕਿ ਜਿਹੜੇ ਡਿਸਪਲਿਨ ਸਾਡੇ ਤੇ ਆਪਣੇ ਤੇ ਮੰਗ ਕਰਦੇ ਆ ਲੱਗਣ, ਅਸੀਂ ਉਹ ਵੀ ਨਹੀਂ ਲਾਉਂਦੇ ਤਾਂ ਫਿਰ ਅਸੀਂ ਦੂਜਿਆਂ ਤੋਂ ਉਮੀਦ ਵੀ ਕਿਵੇਂ ਰੱਖ ਸਕਦੇ ਹਾਂ। ਸਿਰਫ ਰੌਲਾ ਪਾਉਣ ਨਾਲ, ਸ਼ੋਰ ਸ਼ਰਾਬਾ ਕਰਨ ਨਾਲ, ਇਹਨਾਂ ਦਿਨ ਦਿਹਾੜਿਆਂ ਤੇ ਮੁੱਲ ਵੱਟਣ ਨਾਲ ਤੇ ਜਜ਼ਬਾਤ ਨੂੰ ਇੱਕ ਵਪਾਰ ਵਾਂਗ ਉਹ ਖੇਡਣ ਦੀ ਚੀਜ਼ ਬਣਾਉਣਾ ਸ਼ਾਇਦ ਸਾਡੇ ਸਮਿਆਂ 'ਚ ਸਾਡੇ ਲੋਕਾਂ ਦੇ ਹਿੱਸੇ ਆਇਆ। ਮਾਫੀ ਤਾਂ ਸਾਨੂੰ ਵੀ ਨਹੀਂ ਮਿਲਣੀ। ਲਾਂਬਾ ਸਾਹਿਬ, ਜ਼ਿੰਦਗੀ ਆ, ਜੀਵਨ ਆ, ਐ ਤੋਰੇ ਤੁਰਦਾ ਰਹਿੰਦਾ ਹੈ, ਪਰ ਕਈ ਵਾਰੀ ਜਦੋਂ ਤੁਹਾਨੂੰ ਅੰਦਰੋਂ ਕੁਝ ਲਾਹਨਤ ਪੈਂਦੀ ਫਿਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਰਾਹਾਂ ਜਿਨ੍ਹਾਂ ਤੇ ਹੈਗੇ ਆ, ਰਾਹ ਤਾਂ ਇਹੀ ਨੇ, ਪਰ ਇਹਨਾਂ ਦਾ ਠੀਕ ਜਾਂ ਗਲਤ ਹੋਣ ਦਾ ਫੈਸਲਾ ਸਮੇਂ ਸਿਰ ਹੋ ਜੇ ਤੇ ਬੰਦੇ ਦੀ ਜਿਹੜੀ ਹਯਾਤੀ ਸੌਖੀ ਲੰਘ ਜਾਂਦੀ। ਬਹੁਤ ਮਿਹਰਬਾਨੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ।
बहुत बहुत शुक्रिया जी।